ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ ਕਥਾ ਵਾਰਤਾ ਕਰ ਰਹੇ ਹਾਂ। 6ਵੀਂ ਅਸ਼ਟਪਦੀ ਦੇ ਕੱਲ੍ਹ 5 ਬੰਦ ਹੋ ਗਏ ਸਨ। ਅੱਜ 6ਵਾਂ ਪਦ ਸ਼ੁਰੂ ਹੋਣਾ ਹੈ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਜਿਹ ਪ੍ਰਸਾਦ ਸੁਨੇ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ, ਜਿਹ ਮੈਨੇ ਜਿਸ, ਜਿਸ ਦੀ ਪ੍ਰਸਾਦ ਕਿਰਪਾ ਨਾਲ। ਜੇ ਦੱਦੇ ਨੂੰ ਸਿਆਰੀ ਨਾ ਹੁੰਦੀ ਫਿਰ ਪ੍ਰਸਾਦ ਦਾ ਮਤਲਬ ਕਿਰਪਾ। ਦੱਦੇ ਨੂੰ ਸਿਆਰੀ ਲਾਈਏ ਦਾ ਮਤਲਬ ਕਿਰਪਾ ਨਾਲ, ਕਿਰਪਾ ਦੁਆਰਾ, ਕਿਰਪਾ ਰਾਹੀਂ। ਜਿਹ ਪ੍ਰਸਾਦ ਸੁਣੇ ਕਰਨ ਨਾਦ, ਕਰਨ ਹੁੰਦਾ ਕੰਨ, ਨਾਦ ਹੁੰਦਾ ਸੰਗੀਤ। ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਕੰਨਾਂ ਰਾਹੀਂ ਸੰਗੀਤ ਸੁਣਦਾ ਹੈ, ਕੰਨਾਂ ਰਾਹੀਂ ਦੂਸਰੇ ਦੀ ਆਵਾਜ਼ ਸੁਣਦਾ ਹੈ। ਨਾਦ ਆਵਾਜ਼ ਵੀ ਹੁੰਦਾ। ਭਾਂਡਾ ਖੜਕਿਆ ਇੱਕ ਆਵਾਜ਼ ਆਈ ਹੈ, ਉਹ ਵੀ ਨਾਦ ਹੈ। ਭਾਵ ਤੂੰ ਕੰਨਾਂ ਰਾਹੀਂ ਦੂਸਰਿਆਂ ਦੀ ਆਵਾਜ਼ ਸੁਣਦਾ, ਉਹ ਪਰਮਾਤਮਾ ਦੀ ਕਿਰਪਾ ਨਾਲ ਸੁਣਦਾ। ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਆਵਾਜ਼ ਸੁਣਦਾ। ਹੁਣ ਜੇ ਬੰਦਾ ਬੋਲਾ ਹੋਵੇ ਫਿਰ ਕਿਵੇਂ ਕਿਸੇ ਦੀ ਆਵਾਜ਼ ਸੁਣੇਗਾ? ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿ ਕੀ ਕਹਿ ਰਿਹਾ ਹੈ। ਜਿਹ ਪ੍ਰਸਾਦ ਪੇਖੈ ਬਿਸਮਾਦ, ਬਿਸਮਾਦ ਹੁੰਦਾ ਹੈਰਾਨ ਕਰ ਦੇਣ ਵਾਲੇ ਕੌਤਕ। ਜਿਹਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਅਸਚਰਜ ਕੌਤਕ ਵੇਖਦਾ ਹੈ, ਪਰਮਾਤਮਾ ਦੀ ਬਣਾਈਆਂ ਹੋਈਆਂ ਬੜੀਆਂ ਸੁੰਦਰ ਚੀਜ਼ਾਂ ਵੇਖਦਾ ਹੈ। ਉਹਨਾਂ ਨੂੰ ਵੇਖ ਕੇ ਤੈਨੂੰ ਹੈਰਾਨੀ ਹੁੰਦੀ ਹੈ ਅਤੇ ਖੁਸ਼ੀ ਹੁੰਦੀ ਹੈ। ਉਹ ਹੈਰਾਨੀ ਜਿਸ ਵਿੱਚ ਖੁਸ਼ੀ ਸ਼ਾਮਿਲ ਹੋਵੇ ਉਸ ਅਵਸਥਾ ਨੂੰ ਬਿਸਮਾਦ ਕਹਿੰਦੇ ਨੇ। ਮਾਨੋ ਕਿਸੇ ਨੇ ਪਹਿਲੀ ਵਾਰ ਬਹੁਤ ਉੱਚੀ ਬਿਲਡਿੰਗ ਵੇਖੀ ਹੈ, ਇੱਕ ਤਾਂ ਉੱਚੀ ਵੀ ਬੜੀ ਹੈ, ਇੱਕ ਸੋਹਣੀ ਵੀ ਬੜੀ ਹੈ। ਉਹਨੂੰ ਵੇਖ ਕੇ ਬੰਦੇ ਦੇ ਮਨ 'ਚ ਵਿਸਮਾਦ ਆ ਜਾਵੇ, ਆਹਾ ਕਿੰਨੀ ਉੱਚੀ ਬਿਲਡਿੰਗ, ਕਿੰਨੀ ਸੋਹਣੀ ਬਿਲਡਿੰਗ। ਜਿਹਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਕੌਤਕਾਂ ਨੂੰ ਵੇਖਦਾ। ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨ, ਰਸਨਾ ਮਨੇ ਜੀਵ, ਅੰਮ੍ਰਿਤ ਦੇ ਮਿੱਠੇ ਬੋਲ। ਜਿਹਦੀ ਕਿਰਪਾ ਨਾਲ ਤੂੰ ਆਪਣੀ ਰਸਨਾ ਨਾਲ ਮਿੱਠੇ ਮਿੱਠੇ ਬੋਲ ਬੋਲਦਾ ਹੈ। ਹੁਣ ਜੇ ਬੰਦਾ ਗੂੰਗਾ ਹੋਵੇ ਕਿਵੇਂ ਬੋਲੇਗਾ? ਜਦੋਂ ਸਾਡੇ ਕੋਲ ਕੋਈ ਚੀਜ਼ ਹੁੰਦੀ ਹੈ ਨਾ, ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਜਦੋਂ ਚੀਜ਼ ਸਾਡੇ ਕੋਲ ਨਹੀਂ ਹੁੰਦੀ ਫਿਰ ਉਹਦੀ ਕਦਰ ਦਾ ਪਤਾ ਲੱਗਦਾ। ਸਾਨੂੰ ਕੁਦਰਤੀ ਜਨਮ ਤੋਂ ਹੀ ਰਸਨਾ ਮਿਲੀ ਹੋਈ ਹੈ, ਸਾਨੂੰ ਇਹਦੀ ਕੀਮਤ ਦਾ ਹੀ ਨਹੀਂ ਪਤਾ। ਪਰ ਕਿਸੇ ਗੂੰਗੇ ਨੂੰ ਪੁੱਛ ਕੇ ਵੇਖੋ, ਜਾਂ ਬੰਦੇ ਦੇ ਐਕਸੀਡੈਂਟ ਹੋ ਜਾਏ, ਉਹਦੀ ਜੀਭ ਵੱਡੀ ਟੁੱਕੀ ਜਾਵੇ ਅਤੇ ਫਿਰ ਬੋਲ ਨਾ ਸਕੇ, ਫਿਰ ਉਹਨੂੰ ਪਤਾ ਲੱਗਦਾ ਓਹੋ। ਜਿੰਨਾ ਚਿਰ ਸਾਡੇ ਅੰਗ ਪਹਿਲੇ ਹੀ ਸਾਨੂੰ ਠੀਕ ਮਿਲੇ ਹੋਏ ਨੇ, ਇਹਨਾਂ ਦੀ ਮਹਾਨਤਾ ਦਾ ਨਹੀਂ ਸਾਨੂੰ ਪਤਾ ਲੱਗਦਾ। ਜਦੋਂ ਅੰਗ ਨਹੀਂ ਰਹਿੰਦਾ ਨਾ ਫਿਰ ਪਤਾ ਲੱਗਦਾ ਵੀ ਉਹ ਕਿੰਨਾ ਜ਼ਰੂਰੀ ਅਤੇ ਕਿੰਨਾ ਮਹਾਨ ਸੀ। ਬੋਲਿਆਂ ਨੂੰ ਪੁੱਛ ਕੇ ਵੇਖੋ, ਉਹਨਾਂ ਦਾ ਬੜਾ ਜੀਅ ਕਰਦਾ ਵੀ ਦੇਖ ਇਹ ਗੱਲਾਂ ਕਰਦੇ ਨੇ, ਇੱਕ ਸੁਣ ਰਹੇ ਨੇ, ਮੈਨੂੰ ਕੋਈ ਸੁਣਦਾ ਹੀ ਨਹੀਂ। ਮੇਰੇ ਵੀ ਕੰਨ ਕੰਮ ਕਰਦੇ, ਅੱਖਾਂ ਨਾਲ ਵੇਖਦਾ ਹੈ। ਹੁਣ ਜਿਹਦੀ ਅੱਖਾਂ ਹੀ ਨਹੀਂ ਉਹ ਕੀ ਵੇਖੇਗਾ? ਜਿਹਦੀ ਰਸਨਾ ਹੀ ਨਹੀਂ ਹੈ ਉਹ ਕੀ ਮਿੱਠੇ ਬੋਲ ਬੋਲੇਗਾ? ਇਹ ਉਹਦੀ ਕਿਰਪਾ ਹੈ। ਜਿਹ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨ। ਹੇ ਇਨਸਾਨ, ਜਿਸ ਦੀ ਕਿਰਪਾ ਨਾਲ ਤੂੰ ਆਪਣੀ ਜੀਭ ਦਾ ਮਿੱਠੇ ਮਿੱਠੇ ਬਚਨ ਬੋਲਦਾ। ਜਿਹ ਪ੍ਰਸਾਦ ਸੁਖ ਸਹਿਜੇ ਬਸਨ, ਜਿਹਦੀ ਕਿਰਪਾ ਨਾਲ ਤੂੰ ਸੁਖੀ ਵਸਦਾ ਹੈ, ਸਹਿਜ ਅਵਸਥਾ 'ਚ ਵਸਦਾ ਹੈ। ਸਹਿਜ ਅਵਸਥਾ ਉਹ ਹੁੰਦੀ ਹੈ ਅਡੋਲ ਅਵਸਥਾ। ਦੁੱਖ ਆਓ
ਸੁਖ ਆਓ, ਖੁਸ਼ੀ ਆਓ, ਗਮੀ ਆਓ, ਅਮੀਰੀ ਆਓ, ਗਰੀਬੀ ਆਓ, ਉਹ ਬੰਦਾ ਇੱਕ ਸਾਰ ਰਹਿੰਦਾ, ਉਹਨੂੰ ਕਹਿੰਦੇ ਸਹਿਜ ਅਵਸਥਾ 'ਚ। ਜਿਹੇ ਪ੍ਰਸਾਦ ਸੁਖ ਸਹਿਜੇ ਬਸ, ਜਿਹਦੀ ਕਿਰਪਾ ਨਾਲ ਤੂੰ ਸਹਿਜ ਅਵਸਥਾ 'ਚ ਵਸਦਾ ਹੈ ਅਤੇ ਸੁਖ 'ਚ ਵਸਦਾ ਹੈ। ਜਿਹੇ ਪ੍ਰਸਾਦ ਹਸਤ ਕਰ ਚਲੇ, ਹਸਤ ਹੁੰਦਾ ਹੱਥ, ਕਰ ਵੀ ਹੁੰਦਾ ਹੱਥ, ਪਰ ਜਦੋਂ ਆਪਾਂ ਅਰਥ ਕਰਦੇ ਹਾਂ ਫਿਰ ਆਪਾਂ ਜਿਸ ਦੀ ਕਿਰਪਾ ਨਾਲ ਤੇਰੇ ਹੱਥ ਪੈਰ ਚੱਲਦੇ ਹਨ। ਹਾਲਾਂਕਿ ਹਸਤ ਮੈਨੇ ਵੀ ਹੱਥ ਅਤੇ ਕਰ ਮੈਨੇ ਵੀ ਹੱਥ, ਪਰ ਜਦੋਂ ਅਰਥ ਕਰਦੇ ਆਪਾਂ ਆਮ ਬੋਲਦੇ ਉਹਦੇ ਹੱਥ ਪੈਰ ਕੰਮ ਕਰਦੇ, ਉਹਦੇ ਹੱਥ ਪੈਰ ਚੱਲਦੇ। ਜਿਹਦੀ ਕਿਰਪਾ ਨਾਲ ਤੇਰੇ ਹੱਥ ਪੈਰ ਕੰਮ ਕਰ ਰਹੇ ਨੇ, ਜਿਹੇ ਪ੍ਰਸਾਦ ਸੰਪੂਰਨ ਫਲੇ, ਜਿਹਦੀ ਕਿਰਪਾ ਨਾਲ ਤੂੰ ਪੂਰੀ ਤਰ੍ਹਾਂ ਵੱਧਦਾ ਫੁੱਲਦਾ ਹੈ। ਜਿਹੇ ਪ੍ਰਸਾਦ ਪਰਮ ਗਤ ਭਾਵੇਂ, ਪਰਮ ਗਤੀ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ, ਜਿਹਨੂੰ ਤੁਰੀਆ ਅਵਸਥਾ ਕਹਿੰਦੇ ਨੇ, ਜਿਹਨੂੰ ਚੌਥਾ ਪਦ ਕਹਿੰਦੇ ਨੇ, ਜਿਹਨੂੰ ਸਹਿਜ ਅਵਸਥਾ ਕਹਿੰਦੇ ਨੇ, ਜਿਹੜੀ ਬ੍ਰਹਮ ਗਿਆਨ ਦੀ ਅਵਸਥਾ, ਜਿੱਥੇ ਜਾ ਕੇ ਸਾਨੂੰ ਰੱਬ ਦਾ ਗਿਆਨ ਹੋਇਆ, ਬ੍ਰਹਮ ਗਿਆਨ, ਉਸ ਅਵਸਥਾ ਨੂੰ ਪਰਮ ਗਤ ਕਿਹਾ, ਉਸ ਅਵਸਥਾ ਨੂੰ ਤੁਰੀਆ ਅਵਸਥਾ ਕਿਹਾ, ਉਸੇ ਅਵਸਥਾ ਨੂੰ ਉਨਮਣੀ ਅਵਸਥਾ ਕਿਹਾ, ਉਸੇ ਅਵਸਥਾ ਨੂੰ ਚੌਥਾ ਪਦ ਕਿਹਾ ਗਿਆ ਹੈ, ਉਸੇ ਅਵਸਥਾ ਨੂੰ ਪਰਮ ਗਤ ਕਿਹਾ ਗਿਆ ਹੈ। ਜਿਹਦੀ ਕਿਰਪਾ ਨਾਲ ਤੈਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ। ਜਿਹੇ ਪ੍ਰਸਾਦ ਸੁਖ ਸਹਿਜ ਸਮਾਵੇਂ, ਜਿਹਦੀ ਕਿਰਪਾ ਨਾਲ ਤੂੰ ਸੁਖ ਵਿੱਚ ਅਤੇ ਸਹਿਜ ਵਿੱਚ ਲੀਨ ਰਹਿੰਦਾ ਹੈ। ਇਹ ਤਾਂ ਉਹਦੀ ਕਿਰਪਾ ਦੱਸੀ ਗਏ ਵੀ ਕਿਤੇ ਬੰਦੇ ਨੂੰ ਸਮਝ ਆ ਜਾਏ ਵੀ ਇਹ ਜਿਹੜਾ ਮੈਂ ਬੋਲ ਰਿਹਾ ਤਾਂ ਉਹਦੀ ਕਿਰਪਾ ਨਾਲ ਬੋਲ ਰਿਹਾ, ਜਿਹੜਾ ਮੈਂ ਵੇਖ ਰਿਹਾ ਤਾਂ ਉਹਦੀ ਕਿਰਪਾ ਨਾਲ ਵੇਖ ਰਿਹਾ, ਜਿਹੜਾ ਮੈਂ ਸੁਣ ਰਿਹਾ ਤਾਂ ਉਹਦੀ ਕਿਰਪਾ ਨਾਲ ਸੁਣ ਰਿਹਾ ਹਾਂ, ਜਿਹੜਾ ਮੈਂ ਸੁਖੀ ਵਸ ਰਿਹਾ ਤਾਂ ਉਹਦੀ ਕਿਰਪਾ ਨਾਲ ਵਸ ਰਿਹਾ, ਜਿਹੜੇ ਮੇਰੇ ਹੱਥ ਪੈਰ ਚੱਲ ਰਹੇ ਤਾਂ ਉਹਦੀ ਕਿਰਪਾ ਨਾਲ ਚੱਲ ਰਹੇ ਨੇ। ਕਹਿੰਦੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਹੇ ਇਨਸਾਨ ਤੂੰ ਇਹੋ ਜਿਹੇ ਰੱਬ ਨੂੰ ਛੱਡ ਕੇ ਹੋਰ ਕਿਸੇ ਪਾਸੇ ਕਿਉਂ ਲੱਗੇ। ਜਦੋਂ ਅਸੀਂ ਇਸ ਅਸ਼ਟਪਦੀ ਨੂੰ ਬੜੇ ਧਿਆਨ ਨਾਲ ਪੜ੍ਹਦੇ ਹਾਂ ਅਤੇ ਫਿਰ ਦੇਖੋ ਬਾਣੀ ਸਾਡਾ ਗੁਰੂ ਹੈ, ਸਿੱਖ ਦਾ ਫਰਜ਼ ਬਣਦਾ ਹੈ ਆਪਣੇ ਗੁਰੂ 'ਤੇ 100% ਵਿਸ਼ਵਾਸ ਰੱਖਣਾ। ਸਿਆਣੇ ਕਹਿੰਦੇ ਨੇ ਕੋਈ ਬੰਦਾ ਜਿਸ ਕਿਸ਼ਤੀ ਦੇ ਵਿੱਚ ਬੈਠਾ ਜੇ ਉਸ ਦੇ ਵਿੱਚ ਆਪ ਹੀ ਮੋਰੀ ਕਰ ਲਏ ਤਾਂ ਡੁੱਬੇਗਾ, ਕਿਉਂਕਿ ਉਸ ਮੋਰੀ ਰਾਹੀਂ ਸਮੁੰਦਰ ਦਾ ਪਾਣੀ ਜਾਂ ਦਰਿਆ ਦਾ ਪਾਣੀ ਕਿਸ਼ਤੀ ਦੇ ਵਿੱਚ ਵੜ ਜਾਣੇ ਅਤੇ ਬੰਦਾ ਡੁੱਬੇਗਾ। ਗੁਰੂ 'ਤੇ ਵਿਸ਼ਵਾਸ ਨਾ ਹੋਣਾ, ਤੁਸੀਂ ਐਸੇ ਬੋਝ 'ਤੇ ਬੈਠੇ ਹੋ, ਐਸੇ ਜਹਾਜ਼ 'ਚ ਬੈਠੇ ਹੋ, ਐਸੀ ਕਿਸ਼ਤੀ ਵਿੱਚ ਬੈਠੇ ਹੋ ਜਿਸ ਦੇ ਵਿੱਚ ਤੁਸੀਂ ਆਪ ਹੀ ਮੋਰੀ ਕਰ ਲਈ ਹੈ। ਉਹ ਸਿੱਖ ਹੀ ਕਾਹਦਾ ਜਿਹਨੂੰ ਗੁਰੂ 'ਤੇ ਕੋਈ ਸ਼ੰਕਾ ਹੈ। ਗੁਰੂ ਮਹਾਰਾਜ ਤਾਂ ਸਾਡੇ ਸ਼ੰਕੇ ਦੂਰ ਕਰਨੇ ਨੇ ਅਤੇ ਅਸੀਂ ਉਹਨਾਂ 'ਤੇ ਸ਼ੰਕਾ ਕਰ ਲਈ। ਯਾਦ ਰੱਖਣਾ ਬਾਣੀ ਜੋ ਕਹਿੰਦੀ ਹੈ ਸੱਚ ਕਹਿੰਦੀ ਹੈ, ਸਾਨੂੰ ਅਜੇ ਸਮਝ ਨਹੀਂ ਆ ਰਹੀ ਉਹ ਗੱਲ ਵੱਖਰੀ ਹੈ। ਜਿਵੇਂ 5ਵੀਂ ਜਮਾਤ ਨੂੰ ਟੀਚਰ 16ਵੀਂ ਜਮਾਤ ਦੀ ਕੋਈ ਗੱਲ ਕਹੇ ਉਹਨੂੰ ਸਮਝ ਨਹੀਂ ਆਵੇਗੀ, ਕਿਉਂਕਿ ਉਹਦਾ ਲੈਵਲ ਹੀ ਜੇ 5ਵੀਂ ਤੱਕ ਦਾ, BA ਤੱਕ ਦਾ ਨਹੀਂ ਹੈ। ਹੁਣ ਇਹ ਬਾਣੀ 'ਚ 5ਵੀਂ ਵਾਲਿਆਂ ਵੀ ਲਿਖਿਆ ਅਤੇ ਮੈਟ੍ਰਿਕ ਵਾਲਿਆਂ ਲਈ ਵੀ ਲਿਖਿਆ ਅਤੇ MA ਵਾਲਿਆਂ ਲਈ ਲਿਖਿਆ। ਹੁਣ ਜਦੋਂ ਅਸੀਂ 5ਵੀਂ ਜਮਾਤ ਦੇ ਵਿਦਿਆਰਥੀ ਹਾਂ ਤਾਂ ਜਿਹੜੀ ਬਾਣੀ ਦੇ ਵਿੱਚ MA ਵਾਲਿਆਂ ਲਈ ਗੱਲ ਲਿਖੀ ਉਹ ਸਾਨੂੰ ਸਮਝ ਹੀ ਨਹੀਂ ਆਉਣੀ, ਅਤੇ ਅਸੀਂ ਕਈ ਵਾਰੀ ਜੇ ਸਾਨੂੰ ਸਮਝ ਨਾ ਆਵੇ ਅਸੀਂ ਕਹਿੰਦੇ ਇਹ ਠੀਕ ਨਹੀਂ ਹੈ। ਬਾਣੀ ਤਾਂ ਠੀਕ ਹੀ ਹੈ, ਸਿਰਫ ਸਾਨੂੰ ਹੀ ਅਜੇ ਸਮਝ ਨਹੀਂ ਆ ਰਹੀ, ਸਾਡਾ ਸਮਝਣ ਦਾ ਜੇ ਲੈਵਲ ਨੀਵਾਂ ਹੈ। ਬਾਣੀ ਤਾਂ ਠੀਕ ਹੀ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣੈ ਸੀ ਸੱਚ ਕੀ ਬੇਲਾ। ਇਹ ਤਾਂ ਸੱਚ ਦੀ ਬਾਣੀ ਹੈ, ਇਹ ਤਾਂ ਰੱਬੀ ਬਾਣੀ ਹੈ। ਕਿ ਅਸੀਂ ਇਸ ਬਾਣੀ ਨੂੰ ਵੀ
ਉਹੀ ਚੰਗੀ ਤਰ੍ਹਾਂ ਸਮਝ ਸਕਦਾ ਜਿਹਦੀ ਬਹੁਤ ਕਮਾਈ ਹੈ ਨਾਮ ਦੀ। ਸਾਲਾਂ ਬੱਧੀ ਜਿਨ੍ਹਾਂ ਨੇ ਨਾਮ ਜਪਿਆ, ਜਿਹਨਾਂ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਗਈ, ਉੱਚੀ ਹੁੰਦੀ ਗਈ, ਜਿਉਂ-ਜਿਉਂ ਆਤਮਿਕ ਅਵਸਥਾ ਉੱਚੀ ਹੁੰਦੀ ਗਈ, ਇਹ ਜਿਹੜੀ ਉੱਚੀਆਂ ਗੱਲਾਂ ਲਿਖੀਆਂ ਨੇ ਉਹਦੀ ਸਮਝ ਆਉਂਦੀ ਗਈ, ਉਹਦੀ ਸਮਝ ਆਉਂਦੀ ਗਈ। ਇਸ ਲਈ ਗੁਰੂ 'ਤੇ ਕਦੇ ਵੀ ਜਿਹੜਾ ਹੈ ਸ਼ੰਕਾ ਨਹੀਂ ਕਰੀਦਾ। ਇਹ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇਹ ਗੱਲ ਕਹੀ ਹੈ, ਮੇਰੀ ਸਮਝ ਨਹੀਂ ਆ ਰਹੀ, ਕਿਰਪਾ ਕਰੋ ਮੇਰੀ ਆਤਮਿਕ ਅਵਸਥਾ ਉੱਚੀ ਕਰੋ, ਮੈਨੂੰ ਤੁਹਾਡੀ ਗੱਲ ਦੀ ਸਮਝ ਆ ਸਕੇ, ਜਾਂ ਕਿਸੇ ਮਹਾਂਪੁਰਖ ਨਾਲ ਮੇਰਾ ਮੇਲ ਕਰਾਓ ਜਿਹੜਾ ਮੇਰੇ ਸ਼ੰਕੇ ਨੂੰ ਦੂਰ ਕਰ ਸਕੇ। ਸੋ ਇਸ ਲਈ ਕੋਈ ਸ਼ੰਕਾ ਨਹੀਂ ਕਰਨੀ, ਸਗੋਂ ਆਪਣੀ ਯੋਗਤਾ 'ਤੇ ਸ਼ੰਕਾ ਕਰਨਾ ਕਿ ਮੈਂ ਅਜੇ ਯੋਗ ਹੀ ਨਹੀਂ ਹੋਇਆ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਇਹੋ ਜਿਹੇ ਪਰਮਾਤਮਾ ਨੂੰ ਜਿਹਨੇ ਇੰਨਾ ਕੁਛ ਦਿੱਤਾ ਹੋਇਆ ਹੈ, ਉਹਨੂੰ ਛੱਡ ਕੇ ਹੋਰ ਕਿਸੇ ਪਾਸੇ ਕਿਉਂ ਲੱਗਦੇ ਹੋ? ਗੁਰ ਪ੍ਰਸਾਦ ਨਾਨਕ ਮਨ ਜਾਗੋ। ਗੁਰੂ ਦੀ ਕਿਰਪਾ ਨਾਲ ਆਪਣੇ ਮਨ ਨੂੰ ਜਗਾਓ। ਅਸੀਂ ਤਾਂ ਇਸ ਵੇਲੇ ਜਾਗਦੇ ਹੀ ਹਾਂ ਨਾ, ਇਹ ਤਾਂ ਸਰੀਰ ਦਾ ਜਾਗਣਾ ਹੁੰਦਾ ਹੈ। ਮਨ ਕਈ ਵਾਰੀ ਸਰੀਰ ਜਾਗ ਰਿਹਾ, ਮਨ ਸੁੱਤਾ ਹੋਇਆ ਹੈ। ਮਨ ਨੂੰ ਜਗਾਉਣਾ ਹੈ, ਮਨ ਨੂੰ ਸੁਚੇਤ ਕਰਨਾ ਹੈ, ਮਨ ਨੂੰ ਗਿਆਨ ਦੇਣਾ ਹੈ, ਇਹ ਮਨ ਨੂੰ ਜਗਾਉਣਾ ਹੈ। ਤੇ ਉਹ ਕਿਵੇਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਇਹ ਮਨ ਨੂੰ ਜਗਾਓ। ਅੱਗੇ ਕਹਿੰਦੇ ਜਿਹੇ ਪ੍ਰਸਾਦ ਤੂੰ ਪ੍ਰਗਟ ਸੰਸਾਰ। ਕਈ ਵਾਰੀ ਕਈ ਬੰਦਿਆਂ ਦੇ ਬੜੀ ਪ੍ਰਸਿੱਧੀ ਹੁੰਦੀ ਸੰਸਾਰ 'ਚ, ਬਹੁਤ ਸਾਰੇ ਲੋਕ ਉਹਨਾਂ ਨੂੰ ਜਾਣਦੇ ਹੁੰਦੇ ਨੇ। ਇਹ ਨਾ ਸਮਝੇ ਮੈਂ ਬੜਾ ਗੁਣਵਾਨ ਹਾਂ, ਨਹੀਂ, ਇਹ ਤਾਂ ਪਰਮਾਤਮਾ ਤੇਰੇ 'ਤੇ ਕਿਰਪਾ ਹੈ, ਉਹਨੇ ਤੇਰੀ ਪ੍ਰਸਿੱਧੀ ਕਰਾਤੀ ਹੈ। ਜਦੋਂ ਨਹੀਂ ਤਾਂ ਆਮ ਤੌਰ 'ਤੇ ਜਦੋਂ ਵਡਿਆਈ ਹੁੰਦੀ ਨਾ, ਬੰਦੇ 'ਚ ਹਉਮੈ ਆ ਜਾਂਦੀ ਹੈ, ਉਹ 'ਚ ਹਉਮੈ ਆ ਜਾਂਦੀ ਹੈ। ਪਰ ਉਹਨੂੰ ਵਿਚਾਰੇ ਨੂੰ ਗਿਆਨ ਨਹੀਂ, ਇਹ ਤੇਰੀ ਵਡਿਆਈ ਤੇ ਪਰਮਾਤਮਾ ਕਰਵਾ ਰਿਹਾ ਹੈ, ਉਹਦੀ ਕਿਰਪਾ ਹੈ। ਇਸ ਲਈ ਜਦੋਂ ਲੋਕ ਵਡਿਆਈ ਕਰਨ, ਜਦੋਂ ਲੋਕ ਸਤਿਕਾਰ ਕਰਨ, ਉਦੋਂ ਕਹਿੰਦੇ ਸੱਚੇ ਪਾਤਸ਼ਾਹ ਇਹ ਤੇਰੇ ਕਾਰਨ ਹੈ। 1963 ਦੀ ਗੱਲ ਹੈ, ਮੈਂ ਉਦੋਂ ਟੀਚਰ ਲੱਗਾ। ਮੈਨੂੰ ਮਹਿੰਦਰਗੜ੍ਹ ਤੋਂ ਹਰਿਆਣਾ ਪੰਜਾਬ ਇਕੱਠਾ ਹੁੰਦਾ ਸੀ। ਮਹਿੰਦਰਗੜ੍ਹ ਦਾ ਆਖਰੀ ਪਿੰਡ ਸੀ, ਉਹਦੇ ਅੱਗੇ ਰਾਜਸਥਾਨ ਸ਼ੁਰੂ ਹੁੰਦਾ ਸੀ, ਉੱਥੇ ਮੇਰੀ ਪਹਿਲੀ ਅਪਾਰਟਮੈਂਟ ਹੋਈ। ਉਦੋਂ ਮੈਂ 20 ਸਾਲ ਦਾ ਸੀ ਜਦੋਂ ਮੈਂ ਟੀਚਰ ਲੱਗਾ। ਉਹ ਤੇ 15 ਮੀਲਾਂ ਦੇ ਏਰੀਏ 'ਚ ਮੈਂ ਇਕੱਲੇ ਹੀ ਸਰਦਾਰ ਸੀ, ਅਤੇ ਕਈਆਂ ਨੇ ਸਰਦਾਰ ਵੀ ਪਹਿਲੀ ਵਾਰ ਆਪਣੀ ਜ਼ਿੰਦਗੀ 'ਚ ਵੇਖਿਆ ਹੋਇਆ ਸੀ। ਮੈਨੂੰ ਯਾਦ ਹੈ, ਮੈਂ ਸੰਗਦਾ ਹੋਇਆ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਰੱਖਿਆ ਕਰਦਾ। ਕਿਸੇ ਨੇ ਮੇਰਾ ਬਾਹਰ ਨੰਗਾ ਸਿਰ ਹੀ ਨਹੀਂ ਸੀ ਵੇਖਿਆ। 6ਵੀਂ ਨੂੰ ਮੈਂ ਪੜ੍ਹਾ ਰਿਹਾ, ਇੱਕ ਲੜਕੀ ਉੱਠੀ ਫਿਰ ਬਹਿ ਗਈ, फिर उठी फिर बह गई। मैं अरे भाई क्या बात है, तुम कभी बैठते हो कभी खड़े होते हो, क्या बात है, पूछो क्या पूछना। कह जी सरदार जी मैंने पूछना है कि सरदारों के कान होते हैं, भी की सरदारों के कान होंदे ने। पहला तो मैं बड़ा हैरान होया, फिर मुझे एकदम याद है भी ओहो इत्थे तो 15 मीलों के एरिए 'ਚ सरदार ही कोई नहीं हैगा, तो इन्हें पहली बार सरदार वेख्या। तो मेरे कन हमेशा ढके होने करने इनू समझ ही नहीं आ रही कि सुन कित्थों रहा। उदों मावे वालियां पग्गां बनिया करदे, मैं पग लाही मेज़ ते रखी तो मैं क्या बेटा सरदारों के भी कान होते हैं। इहो जिहा इलाका भी सी, इहो जिहा भी समा सी। ਉਹ ਲੋਕ ਬੜਾ ਉਦੋਂ ਸਤਿਕਾਰ ਕਰਦੇ ਸਨ। ਮੈਂ ਜਿਸ ਕਮਰੇ 'ਚ ਰਹਿੰਦਾ ਸੀ ਕਿਰਾਏ 'ਤੇ, ਜਦ ਮੈਂ ਸਕੂਲ ਆਉਣਾ
ਜਿੰਨੇ ਵੀ ਰਾਹ 'ਚ ਬਜ਼ੁਰਗ ਟੱਕਣੇ, ਜੋ ਬੈਠੇ ਹੁੰਦੇ ਸੀ ਨਾ, ਖੜੇ ਹੁੰਦੇ ਸੀ, ਸਰਦਾਰ ਜੀ ਜੈ ਰਾਮ ਜੀ ਕੀ, ਉੱਥੇ ਨਮਸਤੇ ਦੀ ਥਾਂ ਜੈ ਰਾਮ ਜੀ, ਮੈਂ ਜੀ ਜੈ ਰਾਮ ਜੀ ਕੀ। ਆਉਣਾ ਫਿਰ ਜੇ ਕੋਈ ਬੈਠਾ ਵੱਡੀ ਉਮਰ ਦਾ, ਉਹਨੇ ਵੀ ਖੜੇ ਹੋ ਜਾਣਾ, ਸਰਦਾਰ ਜੀ ਜੈ ਰਾਮ ਜੀ ਕੀ। 3 ਮਹੀਨਿਆਂ ਬਾਅਦ ਮੈਂ ਪਿੰਡ ਆਇਆ। ਮੈਂ ਆਪਣੇ ਪਿਤਾ ਜੀ ਨੂੰ ਕਿਹਾ, ਪਿਤਾ ਜੀ ਮੈਂ 20 ਸਾਲ ਦਾ ਹਾਂ, ਇਹ ਲੋਕ 70 ਸਾਲਾਂ ਦੇ ਖੜੇ ਹੋ ਕੇ ਮੈਨੂੰ ਨਮਸਕਾਰ ਕਰਦੇ ਨੇ, ਮੈਨੂੰ ਸੰਗ ਲੱਗਦੀ ਹੈ। ਕਹਿੰਦੇ ਪੁੱਤਰ ਉਹ ਤੇਰਾ ਸਤਿਕਾਰ ਨਹੀਂ ਕਰਦੇ। ਮੈਂ ਉਦੋਂ ਬੱਚਾ ਸੀ, ਮੈਂ ਹੋਰ ਕਿਹਦਾ ਕਰਦੇ ਨੇ। ਕਹਿੰਦੇ ਤੇਰੇ ਵਰਗੇ 3300 ਜੈਮਲ ਸਿੰਘ ਫਿਰਦੇ ਨੇ, ਉਹ ਤੇਰਾ ਸਤਿਕਾਰ ਨਹੀਂ ਹੈ। ਮੈਂ ਜੀ ਫਿਰ ਹੋਰ ਉਹ ਕਿਹਦੇ। ਕਹਿੰਦੇ ਤੇਰੇ ਅੰਦਰ ਜਿਹੜਾ ਟੀਚਰ ਹੈ ਨਾ, ਟੀਚਰ ਤੂੰ ਟੀਚਰ ਲੱਗਣ, ਤੇਰੇ ਅੰਦਰ ਜਿਹੜਾ ਟੀਚਰ ਹੈ ਉਸ ਟੀਚਰ ਦਾ ਸਤਿਕਾਰ ਹੈ। ਉਹ ਤਾਂ ਜਿੰਨਾ ਚਿਰ ਆਪਣੇ ਅੰਦਰ ਟੀਚਰ ਨੂੰ ਜਿਉਂਦਾ ਰੱਖੇਗਾ ਤੇਰਾ ਸਤਿਕਾਰ ਕਾਇਮ ਰਹੇਗਾ। ਜਿੱਦੇ ਤੇਰੇ ਅੰਦਰ ਟੀਚਰ ਮਰ ਗਏ ਨਾ, ਇਹਨਾਂ ਲੋਕਾਂ ਦੇ ਛਿੱਤਰ ਫੇਰਨੇ। ਅਤੇ ਮੈਂ ਉਸ ਗੱਲ ਨੂੰ ਪੱਲੇ ਬੰਨ੍ਹ ਲਿਆ ਅਤੇ ਫਿਰ 37 ਸਾਲ ਉਸ ਗੱਲ 'ਤੇ ਮੈਂ ਪਹਿਰਾ ਦਿੱਤਾ ਕਿ ਕਿਤੇ ਮੇਰੇ ਅੰਦਰੋਂ ਟੀਚਰ ਨਾ ਮਰ ਜਾਏ। ਇਸ ਲਈ ਜੇ ਸਾਡਾ ਸਤਿਕਾਰ ਹੋ ਰਿਹਾ ਹੈ, ਇਹ ਨਹੀਂ ਸਮਝਣਾ ਮੇਰੇ ਕਿਸੇ ਕਾਰਨ ਹੈ, ਇਹ ਸਮਝਣਾ ਇਹ ਤਾਂ ਪਰਮਾਤਮਾ ਦੀ ਕਿਰਪਾ ਹੈ, ਇਹ ਤਾਂ ਉਹਦੀ ਕਿਰਪਾ ਹੈ। ਇਸ ਲਈ ਕਹਿੰਦੇ ਜਿਹੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਸ ਦੀ ਕਿਰਪਾ ਨਾਲ ਤੂੰ ਸੰਸਾਰ 'ਚ ਪ੍ਰਸਿੱਧ ਹੋ ਗਿਆ ਨਾ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਮੂਲ ਮੈਨੇ ਬਿਲਕੁਲ ਵੀ, ਉਸ ਪਰਮਾਤਮਾ ਨੂੰ ਤੂੰ ਬਿਲਕੁਲ ਵੀ ਮਨ ਤੋਂ ਨਾ ਭੁਲਾ, ਉਹਨੂੰ ਹਮੇਸ਼ਾ ਯਾਦ ਰੱਖ, ਕਿਉਂਕਿ ਉਹਦੀ ਕਿਰਪਾ ਨਾਲ ਤੇਰੀ ਪ੍ਰਸਿੱਧੀ ਹੋਈ ਹੈ। ਉਹਨੂੰ ਯਾਦ ਰੱਖ। ਜਿਹੇ ਪ੍ਰਸਾਦ ਤੇਰਾ ਪ੍ਰਤਾਪ। ਕਈ ਲੋਕਾਂ ਦਾ ਬੜਾ ਤਪ ਤੇਜ ਹੁੰਦਾ ਹੈ। ਮੈਂ ਮਹਾਂਪੁਰਖਾਂ ਨੂੰ ਮਿਲਦਾ ਰਹਿਣਾ, ਬੜੇ ਸਮੇਂ ਤੋਂ ਮੇਰੇ ਸੰਬੰਧ ਨੇ। ਕਈ ਮਹਾਂਪੁਰਖਾਂ ਦਾ ਬੜਾ ਤਪ ਤੇਜ ਹੁੰਦਾ ਹੈ, ਉਹਨਾਂ ਦੇ ਕੋਲ ਬਹਿ ਕੇ ਆਨੰਦ ਆ ਜਾਂਦਾ ਹੈ। ਤਪ ਤੇਜ ਹੁੰਦਾ ਹੈ, ਉਹਨਾਂ ਦੀ ਕਮਾਈ ਬਹੁਤ ਹੁੰਦੀ ਹੈ। ਇਸ ਲਈ ਕਹਿੰਦੇ ਜੇ ਤੇਰਾ ਤਪ ਤੇਜ ਹੈ ਨਾ, ਇਹ ਤਾਂ ਜਿਹੇ ਪ੍ਰਸਾਦ ਤੇਰਾ ਪ੍ਰਤਾਪ। ਰੇ ਮਨ ਮੂੜ ਤੂੰ ਤਾ ਕੋ ਜਾਪ। ਮੂੜ ਬੜੇ ਮੂਰਖ। ਹੇ ਮੂਰਖ ਮਨ ਤੂੰ ਤਾ ਕੋ, ਤਾ ਹਿੰਦੀ ਦਾ ਸ਼ਬਦ ਹੈ ਉਸ, ਕੋ ਦਾ ਅਰਥ ਹੈ ਨੂੰ, ਉਸ ਨੂੰ, ਉਸ ਦਾ ਜਾਪ ਕਰ। ਰੇ ਮਨ ਮੂੜ ਤੂੰ ਤਾ ਕੋ ਜਾਪ। ਹੇ ਮੂਰਖ ਮਨ ਤੂੰ ਉਸ ਪਰਮਾਤਮਾ ਦਾ ਜਾਪ ਕਰ, ਉਹਦਾ ਨਾਮ ਜਪ, ਉਹਦਾ ਸਿਮਰਨ ਕਰ। ਇਹ ਜਦੋਂ ਜਾਪ ਹੈ, ਪੱਪੇ ਨੂੰ ਔਂਕੜ ਲੱਗ ਪਿਆ ਨਾ, ਇੱਥੇ ਹੁਕਮ ਹੋ ਗਿਆ ਵੀ ਜਪੋ। ਕਿਤੇ ਜਾਪ ਜਿਹੜਾ ਹੈ ਇਹ ਨਾਉਨ ਹੁੰਦਾ ਹੈ, ਜਿਵੇਂ ਜਪਜੀ ਸਾਹਿਬ, ਉਹ ਜੋ ਜਾਪ ਸਾਹਿਬ ਹੈ, ਇੱਕ ਜਪ ਹੁੰਦਾ, ਇੱਕ ਜਾਪ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਜਪ ਲਿਖਿਆ, ਦਸਮ ਪਾਤਸ਼ਾਹ ਨੇ ਜਾਪ ਸਾਹਿਬ ਲਿਖਿਆ ਹੈ। ਕਹਿੰਦੇ ਉਸ ਦਾ ਜਾਪ ਕਰ। ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਨਾਲ ਤੇਰੇ ਕਾਰਜ ਰਾਸ ਹੋ ਗਏ। ਜਿੱਥੇ ਕਈ ਵਾਰੀ ਕੰਮਾਂ 'ਚ ਵਿਘਨ ਪੈ ਜਾਂਦਾ ਹੈ, ਰੁਕਾਵਟਾਂ ਪੈ ਜਾਂਦੀਆਂ ਹਨ, ਰਾਸ ਹੀ ਨਹੀਂ ਹੁੰਦਾ ਹੈਗਾ। ਹੁਣ ਬਾਣੀ ਕਹਿੰਦੇ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਹੈ ਪਰਮਾਤਮਾ, ਜਿਹੜੇ ਤੇਰੀ ਭਜਨ ਬੰਦਗੀ ਕਰਦੇ ਹਨ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ। ਪਰ ਅਸੀਂ ਇਸ ਪਾਸੇ ਨੂੰ ਲੱਗਦੇ ਹੀ ਨਹੀਂ, ਅਤੇ ਧੱਕੇ ਖਾਂਦੇ, ਕਦੇ ਕਿਸੇ ਦਫ਼ਤਰ 'ਚ ਗਏ, ਕਦੇ ਕਿਸੇ ਦਫ਼ਤਰ 'ਚ ਗਏ, ਕਹਿੰਦੇ ਕਦੇ ਸਿਫਾਰਿਸ਼ ਲਾ, ਕਦੇ ਕਿਸੇ ਨੂੰ ਪੈਸੇ ਦੇ। ਨਹੀਂ, ਕਹਿੰਦੇ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਨਾਲ ਤੇਰੇ ਕਾਰਜ ਰਾਸ ਹੋਏ ਨੇ ਨਾ, ਤਿਸੈ ਜਾਨ ਮਨ ਸਦਾ ਹਜ਼ੂਰੇ। ਹਜ਼ੂਰ, ਹਾਜ਼ਰ ਹਜ਼ੂਰ ਆਪਾਂ ਕਹਿੰਦੇ,
ਜ਼ਾਹਰਾ ਜ਼ਹੂਰ, ਇਹ ਫਾਰਸੀ ਦੇ ਸ਼ਬਦ ਨੇ। ਹਜ਼ੂਰ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ, ਇਹ ਫਾਰਸੀ ਦਾ ਸ਼ਬਦ ਹੈ। ਹਜ਼ੂਰੇ ਹਾਜ਼ਰ ਨਾਜ਼ਰ ਜਿਹਨੂੰ ਆਪਾਂ ਕਹਿੰਦੇ, ਜਿਵੇਂ ਕੋਈ ਬੰਦਾ ਸਾਹਮਣੇ ਹੋਵੇ। ਤਿਸੈ ਜਾਨ ਮਨ ਸਦਾ ਹਜ਼ੂਰੇ, ਹੈ ਮਨਾ ਸਦਾ ਹੀ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ। ਇਹ ਨਾ ਸਮਝੋ ਕਿਤੇ ਗਿਆ ਹੋਇਆ ਹੈ ਜਾਂ ਕਿਤੇ ਬਹੁਤ ਦੂਰ ਰਹਿੰਦਾ ਹੈ, ਨਹੀਂ, ਉਹ ਤਾਂ ਸਾਹਮਣੇ ਹੀ ਹੈ। ਉਹਨੂੰ ਪ੍ਰਤੱਖ ਸਮਝ, ਉਹਨੂੰ ਸਾਹਮਣੇ ਸਮਝ, ਉਹਨੂੰ ਹਾਜ਼ਰ ਨਾਜ਼ਰ ਸਮਝ। ਜਿਹੇ ਪ੍ਰਸਾਦ ਤੂੰ ਪਾਵੇਂ ਸਾਚ, ਜਿਹਦੀ ਕਿਰਪਾ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੀ ਪ੍ਰਾਪਤੀ ਨਾਲ ਹੀ, ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ। ਜਾਂ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਿਲਦਾ, ਜਾਂ ਫਿਰ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ। ਜਿਹੇ ਪ੍ਰਸਾਦ ਤੂੰ ਪਾਵੇਂ ਸਾਚ, ਜਿਸ ਦੀ ਕਿਰਪਾ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਰੇ ਮਨ ਮੇਰੇ ਤੂੰ ਤਾ ਸਿਉ ਰਾਜ, ਤਾ ਉਸ, ਸਿਉ ਨਾਲ, ਰਾਜ ਰਚ ਮਿਚ ਜਾ। ਹੇ ਮੇਰੇ ਮਨ ਤੂੰ ਉਸ ਪਰਮਾਤਮਾ ਦੇ ਨਾਲ ਰਚ ਮਿਚ ਜਾ। ਆਪਣੇ ਆਪ ਨੂੰ ਉਹਨੂੰ ਓਪਰਾ ਨਾ ਸਮਝੋ। ਜਦੋਂ ਆਪਾਂ ਰਚ ਮਿਚ ਜਾਂਦੇ ਹਾਂ ਨਾ, ਕਿਸੇ ਕੋਲ ਆਪਾਂ ਵਾਰੀ ਵਾਰੀ ਆਈ ਗਏ, ਰੋਜ਼ ਆਈ ਗਏ, ਫਿਰ ਬੰਦਾ ਜਿਹੜਾ ਇੱਕ ਦਿਨ ਰਚ ਮਿਚ ਜਾਂਦਾ। ਹੇ ਮੇਰੇ ਮਨ ਤੂੰ ਉਸ ਪਰਮਾਤਮਾ ਨਾਲ ਰਚ ਮਿਚ ਜਾ। ਜੇ ਪ੍ਰਸਾਦ ਸਭ ਕੀ ਗਤ ਹੋਏ, ਗਤ ਗਤੀ ਮੁਕਤੀ, ਜਿਸ ਦੀ ਕਿਰਪਾ ਨਾਲ ਹਰ ਇੱਕ ਦੀ ਮੁਕਤੀ ਹੁੰਦੀ ਹੈ। ਆਪਾਂ ਨਾਮ ਜਪਦੇ ਹਾਂ, ਫਿਰ ਉਹਦੀ ਕਿਰਪਾ ਹੁੰਦੀ ਹੈ। ਜਿਹਦੀ ਕਿਰਪਾ ਹੁੰਦੀ ਹੈ ਫਿਰ ਆਪਣੀ ਗਤੀ ਹੁੰਦੀ ਹੈ, ਫਿਰ ਆਪਾਂ ਜੀਵਨ ਮੁਕਤ ਹੋ ਜਾਂਦੇ ਹਾਂ। ਜਦੋਂ ਗਤੀ ਹੁੰਦੀ ਹੈ ਫਿਰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਜਿਸ ਬੰਦੇ ਨੇ ਦੁਬਾਰਾ ਜਨਮ ਨਾ ਲੈਣਾ ਹੋਏ, ਉਹਦੇ ਜਿਉਂਦੇ ਹੀ ਮੁਕਤੀ ਹੋ ਜਾਂਦੀ ਹੈ। ਤਾਂ ਹੀ ਕਬੀਰ ਸਾਹਿਬ ਕਹਿੰਦੇ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿਸੇ ਨੂੰ ਮੁਕਤੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਕੀ ਪਤਾ। ਮੁਕਤੀ ਜਿਉਂਦੇ ਜੀ ਚਾਹੀਦੀ ਹੈ। ਤੁਸੀਂ ਕੋ ਪਤਾ ਕਿਵੇਂ ਲੱਗੇਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਹਾਡੇ 'ਤੇ ਕੋਈ ਅਸਰ ਨਹੀਂ ਕਰਨਗੇ। ਇਹ ਤੁਹਾਡੇ ਅਧੀਨ ਹੋ ਜਾਣਗੇ। ਇਹ ਤੁਹਾਡੇ ਅਧੀਨ ਹੋ ਜਾਣਗੇ। ਅੱਜ ਆਪਾਂ ਇਹਨਾਂ ਦੇ ਅਧੀਨ, ਕੋਈ ਕਾਮ ਦੇ ਅਧੀਨ ਹੈ, ਉਹ ਬਦਫੈਲੀਆਂ ਕਰਦਾ, ਕੋਈ ਕ੍ਰੋਧ ਦੇ ਅਧੀਨ ਹੈ, ਉਹ ਕੌੜੇ ਬਚਨ ਬੋਲਦਾ, ਲੜਾਈ ਝਗੜਾ ਕਰਦਾ, ਕੁੱਟਮਾਰ ਕਰਦਾ ਹੈ। ਕੋਈ ਲੋਭ ਦੇ ਅਧੀਨ ਹੈ, ਸਭ ਕੁਝ ਹੋਣ ਦੇ ਬਾਵਜੂਦ ਹੋਰ ਪੈਸੇ ਮਗਰ ਲੱਗਾ ਰਹਿੰਦਾ। ਕੋਈ ਮੋਹ ਦੇ ਅਧੀਨ ਹੈ, ਆਪਣਾ ਚੰਗਾ ਦੂਜਾ ਮਾੜਾ। ਮੋਹ ਦੀ ਮੈਂ ਉਦਾਹਰਨ ਦਿੰਦਾ। ਕਈ ਵਾਰੀ ਕਿਸੇ ਦਾ ਲੜਕਾ ਸਾਡੇ ਘਰ ਚੋਰੀ ਕਰਨ ਆ ਜਾਏ, ਮੈਂ ਉਹਨੂੰ ਫੜ ਲਾਂ ਤਾਂ ਮੇਰਾ ਜੀਅ ਕਰੇ ਮੈਂ ਕੁੱਟ ਕੇ ਮਾਰ ਦਿਆਂ। ਪਰ ਜੇ ਮੇਰਾ ਹੀ ਲੜਕਾ ਕਿਸੇ ਦੇ ਘਰ ਚੋਰੀ ਕਰਦਾ ਫੜਿਆ ਜਾਵੇ ਤਾਂ ਮੈਂ ਚਾਹੇ ਪੱਗ ਲਾ ਕੇ ਕਿ ਉਹਨਾਂ ਨੇ ਪੈਰ ਰੱਖਿਆ ਵੀ ਨਾ ਮਾਰਿਓ ਨਾ ਜੀ, ਅੱਗੇ ਤੋਂ ਨਹੀਂ ਕਰਦਾ, ਛੱਡ ਦਿਓ ਜੀ, ਮੈਂ ਇਹਨੂੰ ਸਮਝਾ ਦਾਂਗਾ। ਦੂਜੇ ਦਾ ਤਾਂ ਜੀ ਕਦੇ ਕੁੱਟ ਕੇ ਮਾਰ ਦਿਓ, ਆਪਣੇ ਨਾ ਜੀ ਛੱਡ ਦਿਓ ਜੀ, ਹਾਂਜੀ ਨਾ ਮਾਰਿਓ ਨਾ ਜੀ। ਇਹਨੂੰ ਕਹਿੰਦੇ ਮੋਹ, ਇਹਨੂੰ ਕਹਿੰਦੇ ਨੇ ਮੋਹ। ਪਰ ਮੈਂ ਇੱਕ ਅਜੀਬ ਬੰਦਾ ਵੇਖਿਆ। ਮੈਂ ਬਾਲਿਆਂ ਵਾਲੀ ਪਿੰਡ, ਸਾਡਾ ਹੁੰਦਾ ਜ਼ਿਲ੍ਹੇ ਬਠਿੰਡੇ 'ਚ, ਬੜਾ ਵੱਡਾ ਪਿੰਡ ਹੈ। ਪਾਕਿਸਤਾਨ ਤੋਂ ਆ ਕੇ ਉੱਥੇ ਸਾਨੂੰ ਜ਼ਮੀਨ ਮਿਲੀ। ਉੱਥੇ ਜਿਹੜਾ ਥਾਣੇਦਾਰ ਦਾ ਨੌਕਰ ਸੀ ਨਾ, ਉਹਦਾ ਮੁੰਡਾ ਚੋਰੀਆਂ ਕਰਨ ਲੱਗ ਪਿਆ। ਇੱਕ ਦਿਨ ਉਹ ਫੜਿਆ ਗਿਆ, ਉਹਦਾ ਕੁਟਾਪਾ ਹੋ ਰਿਹਾ ਥਾਣੇ। ਕਈ ਉਸ ਨੌਕਰ ਨੂੰ ਕਹਿੰਦੇ ਵੀ ਤੂੰ ਤੇ ਥਾਣੇਦਾਰ ਦਾ ਨੌਕਰ ਹੈ, ਤੂੰ ਆਪਣੇ ਮੁੰਡੇ ਨੂੰ ਛੁਡਾ ਲੈ, ਕਹਿ ਕਿ ਤੇਰੀ ਤਾਂ ਥਾਣੇਦਾਰ ਗੱਲ ਮੰਨ ਲਏਗਾ। ਕਹਿੰਦਾ ਨਾ, ਮੈਂ ਨਹੀਂ ਛੱਡਦਾ। ਅੱਜ ਇਹਨੇ ਇਹਦੀ ਚੋਰੀ ਕੀਤੀ, ਕੱਲ੍ਹ ਨੂੰ ਕੋਈ ਹੋਰ ਕਹੇਗਾ, ਪਰਸੋਂ ਨੂੰ ਕੋਈ ਹੋਰ ਹੋਵੇਗਾ, ਇਹਨੂੰ ਕੁੱਟ ਪੈ ਲੈਣ ਦੇ, ਆਪੇ ਠੀਕ ਹੋ ਜਾਏਗਾ। ਪਹਿਲਾ ਬੰਦਾ ਮੈਂ ਵੇਖਿਆ, ਮੁੜ ਕੇ ਮੈਨੂੰ ਕੋਈ ਨਹੀਂ ਐਸਾ ਟੱਕਰਿਆ ਜਿਹੜਾ ਕਿ ਪੈ ਲੈਣ ਦੇ ਕੁੱਟ। ਉਹ ਪਹਿਲਾ ਬੰਦਾ ਮੈਂ ਵੇਖਿਆ, ਕਹਿੰਦਾ ਕੋਈ ਨਹੀਂ ਪੈ ਲੈਣ ਦੇ ਕੁੱਟ। ਮੈਂ ਨਹੀਂ ਕਹਿੰਦਾ ਥਾਣੇਦਾਰ ਨੂੰ, ਇਹ ਤਾਂ ਹੀ ਹਟੂਗਾ।
ਨਹੀਂ ਤਾਂ ਅੱਜ ਕਿਤੇ ਆਹ ਚੀਜ਼ ਚੁੱਕੇ, ਕੱਲ੍ਹ ਨੂੰ ਹੋਰ ਚੁੱਕੇ, ਪਰਸੋਂ ਹੋਰ ਚੁੱਕੇਗਾ ਵੀ ਹਾਂ ਮੇਰਾ ਬਾਪ ਮੈਨੂੰ ਛੁਡਾ ਲਏਗਾ। ਇਹ ਮੌਤ ਤੋਂ ਉੱਪਰ ਹੋ ਜਾਣਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਸਭ ਕੀ ਗਤ ਹੋਏ, ਜਿਸ ਦੀ ਕਿਰਪਾ ਨਾਲ ਹਰ ਇੱਕ ਦੀ ਮੁਕਤੀ ਹੁੰਦੀ ਹੈ। ਇਹ ਤੇ ਸਭ ਸਾਰਿਆਂ ਦੀ ਨਹੀਂ ਸਮਝ ਲੈਣਾ। ਸਭ ਦੇ 3 ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਸੱਸਾ ਭੱਬਾ ਸਭ, ਦੂਜਾ ਸੱਸਾ ਭੱਬੇ ਨੂੰ ਔਂਕੜ ਸਭ, ਤੀਜਾ ਸੱਸਾ ਭੱਬੇ ਨੂੰ ਸਿਹਾਰੀ ਸਭ। ਸੱਸਾ ਭੱਬਾ ਤੇ ਸੱਸਾ ਭੱਬੇ ਨੂੰ ਔਂਕੜ, ਇਹ ਦੋਨੋਂ ਇੱਕ ਵਚਨ ਨੇ ਹਰ ਇੱਕ ਦੀ। ਭੱਬੇ ਨੂੰ ਸਿਹਾਰੀ ਵਾਲਾ ਸ਼ਬਦ ਹੈ ਸਾਰਿਆਂ ਦੀ। ਜੇ ਤੇ ਭੱਬੇ ਨੂੰ ਸਿਹਾਰੀ ਤੇ ਫਿਰ ਆਪਾਂ ਕਹਿੰਦੇ ਜਿਹ ਪ੍ਰਸਾਦ ਸਭ ਕੀ ਗਤ ਹੋਏ, ਜਿਸ ਦੀ ਕਿਰਪਾ ਨਾਲ ਸਾਰਿਆਂ ਦੀ ਗਤੀ ਹੁੰਦੀ ਹੈ। ਪਰ ਇੱਥੇ ਸੱਸਾ ਭੱਬਾ ਸਿਹਾਰੀ ਲੱਗੀ ਹਰ ਇੱਕ ਦੀ, ਵੀ ਹਰ ਇੱਕ ਦੀ ਗਤੀ ਹੁੰਦੀ ਹੈ। ਨਾਨਕ ਜਾਪ ਜਪੈ ਜਪ ਸੋਏ। ਅਤੇ ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਇਹੋ ਜਿਹੇ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਾਂ। ਇਹੋ ਜਿਹੇ ਪਰਮਾਤਮਾ ਦੇ ਨਾਮ ਦਾ ਜਾਪ ਜਪਣਾ ਚਾਹੀਦਾ ਜਿਹਦੀਆਂ ਉੱਤੇ ਖੂਬੀਆਂ ਦਿੱਤੀਆਂ ਹੋਈਆਂ ਹਨ। ਅੱਗੇ ਕਹਿੰਦੇ ਆਪ ਜਪਾਏ ਜਪੈ ਸੋ ਨਾਮ। ਹੁਣ ਨਾਮ ਕੌਣ ਜਪੇਗਾ? ਜਿਸ ਤੋਂ ਪਰਮਾਤਮਾ ਜਪਵਾਏਗਾ। ਪਰਮਾਤਮਾ ਕਿਰਪਾ ਕਰਦਾ ਫਿਰ ਇਹ ਨਾਮ ਜਪਦਾ, ਉਹਦੀ ਕਿਰਪਾ ਤੋਂ ਨਹੀਂ ਹੈ। ਹੁਣ ਪਰਮਾਤਮਾ ਕਿਉਂ ਕਿਰਪਾ ਕਰਦਾ? ਜਿਸ ਤੋਂ ਪਰਮਾਤਮਾ ਨੇ ਨਾਮ ਜਪਾਉਣਾ ਹੁੰਦਾ ਹੈ ਉਹਦੇ ਮਗਰਲੇ ਜੀਵਨ ਦੇ ਕਰਮ ਨੂੰ ਵੇਖਦਾ ਹੈ। ਜਿਹੜਾ ਕੋਈ ਸ਼ੁਭ ਕਰਮ ਹੁੰਦਾ ਹੈ ਪਰਮਾਤਮਾ ਨੇ ਉਹਦਾ ਦੇਣਾ ਫਲ, ਉਹਨੂੰ ਫਿਰ ਲਿਆਉਂਦਾ ਸਤ ਸੰਗਤ 'ਚ। ਪਰਮਾਤਮਾ ਨੂੰ ਸਤ ਸੰਗਤ ਵਿੱਚ ਲਿਆਉਂਦਾ ਹੈ, ਗੁਰੂ ਦੀ ਸੰਗਤ ਵਿੱਚ ਲਿਆਉਂਦਾ ਪਰਮਾਤਮਾ। ਫਿਰ ਅੱਗੇ ਗੁਰੂ ਮਹਾਰਾਜ ਉਸ 'ਤੇ ਕਿਰਪਾ ਕਰਦੇ ਨੂੰ ਨਾਮ ਜਪਣ 'ਤੇ ਲਾਉਂਦੇ ਨੇ। ਪਰ ਪਹਿਲਾਂ ਕਿਰਪਾ ਪਰਮਾਤਮਾ ਦੀ ਹੀ ਹੁੰਦੀ ਹੈ। ਉਹਦੀ ਕਿਰਪਾ ਦਿਸਦੀ ਨਹੀਂ, ਗੁਰੂ ਦੀ ਕਿਰਪਾ ਦਿਸਦੀ ਹੈ। ਰੱਬ ਦੀ ਕਿਰਪਾ ਦਿਸਦੀ ਨਹੀਂ, ਸਾਧੂ ਦੀ ਕਿਰਪਾ ਸਾਨੂੰ ਦਿਸਦੀ ਹੈ। ਇਸ ਲਈ ਅਸੀਂ ਕਈ ਵਾਰੀ ਰੱਬ ਨਾਲੋਂ ਵੀ ਸਾਧੂ ਜਾਂ ਗੁਰੂ ਨੂੰ ਵੱਧ ਮਹਾਨਤਾ ਦਿੰਦੇ ਹਾਂ, ਕਿਉਂਕਿ ਸਾਨੂੰ ਦਿਸਦੇ ਨੇ, ਪਰਮਾਤਮਾ ਦਿਸਦਾ ਨਹੀਂ। ਐਕਚੁਅਲੀ ਪਹਿਲਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਫਿਰ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ। ਹੁਣ ਪਰਮਾਤਮਾ ਨੇ ਕਿਰਪਾ ਕਰਨੀ ਸੀ ਸੱਜਣ ਠੱਗ 'ਤੇ। ਧਿਆਨ ਦੇਣਾ, ਸੱਜਣ ਠੱਗ ਆਪ ਗੁਰੂ ਨਾਨਕ ਦੇਵ ਕੋਲ ਨਹੀਂ ਆਇਆ। ਪਰਮਾਤਮਾ ਨੇ ਉਹਦੇ ਮਗਰਲਾ ਜੀਵਨ ਦੇਖਿਆ ਵੀ ਹੈ ਤੇ ਯਾਰ ਬੰਦਾ ਭਜਨ ਬੰਦਗੀ ਕਰਨ ਵਾਲਾ ਸੀ, ਪਰ ਕਿਸੇ ਕਾਰਨ ਇਹ ਪੁੱਠੇ ਕੰਮ 'ਚ ਪੈ ਗਿਆ ਹੈ। ਪਿਛਲੇ ਜਨਮ ਜਿਹੜੀ ਭਜਨ ਬੰਦਗੀ ਕੀਤੀ ਸੀ ਉਹਦਾ ਫਲ ਦੇਣਾ ਸੀ ਪਰਮਾਤਮਾ ਨੇ ਸੱਜਣ ਠੱਗ ਨੂੰ। ਅਤੇ ਗੁਰੂ ਨਾਨਕ ਦੇਵ ਨੇ ਪ੍ਰੇਰਨਾ ਕੀਤੀ ਕਿ ਤੁਸੀਂ ਜਾਓ ਉਹਦੇ ਕੋਲ। ਸਿੱਖ ਗੁਰੂ ਕੋਲੇ ਆਵੇ ਹੋਰ ਗੱਲ ਹੈ, ਗੁਰੂ ਮਹਾਰਾਜ ਸਿੱਖ ਕੋਲ ਜਾਣ ਗੱਲ ਹੀ ਹੋਰ ਹੋ ਜਾਂਦੀ। ਮੈਂ ਕਈ ਵਾਰੀ ਸੋਚਦਾ ਇਹਦੇ ਬਾਅਦ ਉਸ ਬੰਦੇ ਦੀ ਮਗਰਲੀ ਕਿੰਨੀ ਕਮਾਈ ਹੋਏਗੀ ਕਿ ਸੰਸਾਰ ਦੀ ਇੰਨੀ ਮਹਾਨ ਸ਼ਖਸੀਅਤ ਗੁਰੂ ਨਾਨਕ ਵਰਗੇ ਆਪ ਚੱਲ ਕੇ ਉਹਦੇ ਕੋਲ ਗਏ। ਕਈ ਵਾਰੀ ਬੰਦਾ ਸੋਚਦਾ ਬਈ ਗੁਰੂ ਮਹਾਰਾਜ ਨੂੰ ਇੱਕੋ ਵਾਰੀ ਕਿਹਾ ਵੀ ਸੱਜਣ ਤੇਰਾ ਨਾਂ ਤੇ ਸੱਜਣ ਹੈ ਤੇ ਕਰਦਾ ਤੂੰ ਠੱਗੀਆਂ ਹੈ, ਤੇਰੇ ਕੰਮ ਤੇਰੇ ਨਾਮ ਅਨੁਸਾਰ ਨਹੀਂ ਹੈਗੇ, ਤੂੰ ਇਹ ਠੱਗੀਆਂ ਛੱਡ ਦੇ। ਤੂੰ ਨੇ ਮੰਨ ਲਿਆ, ਤੁਸੀਂ ਮਾਂ ਪਿਓ ਹੋ, ਤੁਸੀਂ ਆਪਣੇ ਬੱਚੇ ਨੂੰ ਕਿਹਾ ਆਹ ਨਾ ਕਰ, ਉਹ ਮੰਨਦਾ ਹੀ ਨਹੀਂ ਹੈਗਾ। ਕਈ ਵਾਰੀ ਟੀਚਰ ਕਹਿੰਦੇ ਕਾਕਾ ਆਹ ਨਾ ਕਰ, ਉਹ ਨਹੀਂ ਮੰਨਦਾ। ਗੁਰੂ ਨਾਨਕ ਦੇਵ ਦੀ ਗੱਲ ਐਡੇ ਵੱਡੇ ਠੱਗ ਨੇ ਇੱਕੋ ਵਾਰ ਕਹਿਣ 'ਤੇ ਮੰਨ ਲਈ ਵੀ ਗੱਲ ਕੀ ਇਹ ਕੀ ਗੱਲ ਹੈ। ਯਾਦ ਰੱਖੋ ਹਰ ਬੰਦੇ ਦੇ ਵਿੱਚੋਂ ਵੇਵਜ਼ ਨਿਕਲਦੇ, ਜਿਹਨੂੰ ਪੰਜਾਬੀ ਲਹਿਰਾਂ। ਜਿਹੜੇ ਥੋੜ੍ਹੇ ਸਾਇੰਸ ਪੜ੍ਹੇ ਨੇ, ਅਲਫਾ ਬੀਟਾ ਥੀਟਾ ਗਾਮਾ, ਇਹ ਵੇਵਜ਼ ਹੁੰਦੀਆਂ ਨੇ। ਇਹਨਾਂ 'ਚ ਕੋਈ ਚੰਗੀਆਂ ਹੁੰਦੀਆਂ, ਕੁਝ ਮੰਦੀਆਂ ਹੁੰਦੀਆਂ ਨੇ। ਡਾਕੂ ਵਿੱਚੋਂ ਵੀ ਵੇਵਜ਼ ਨਿਕਲਦੀਆਂ ਪਰ ਡਰਾਉਣੀਆਂ ਨਿਕਲਦੀਆਂ ਨੇ। ਧਾਰਮਿਕ ਬੰਦੇ ਵਿੱਚੋਂ ਵੇਵਜ਼ ਨਿਕਲਦੀਆਂ ਨੇ, ਉਹ ਸੁੱਖ ਦੇਣ ਵਾਲੀਆਂ ਹੁੰਦੀਆਂ। ਫਿਰ ਜਿਹੜੀਆਂ ਵੇਵਜ਼ ਨੇ ਨਾ, ਇਹਨਾਂ ਦੀ ਅੱਡ ਅੱਡ ਸ਼ਕਤੀ ਹੁੰਦੀ ਹੈ। 1962 ਦੇ ਵਿੱਚ
ਚਾਈਨਾ ਨੇ ਭਾਰਤ 'ਤੇ ਹਮਲਾ ਕਰਤਾ। ਸਾਡੀਆਂ ਖਬਰਾਂ ਦਿੱਲੀ ਤੋਂ ਆਉਂਦੀਆਂ ਸਨ, ਚੀਨ ਦੀਆਂ ਖਬਰਾਂ ਪੀਕਿੰਗ ਤੋਂ ਆਉਂਦੀਆਂ ਸਨ। ਪਰ ਉਹਨਾਂ ਜਿਹੜਾ ਰੇਡੀਓ ਸਟੇਸ਼ਨ ਸੀ ਉਹਦੀਆਂ ਜਿਹੜੀਆਂ ਲਹਿਰਾਂ ਸਨ, ਸਾਡੇ ਦਿੱਲੀ ਦੇ ਰੇਡੀਓ ਸਟੇਸ਼ਨ ਜ਼ਿਆਦਾ ਸਟਰੋਂਗ ਸਨ। ਉਹ ਕੀ ਕਰਦੇ ਸਨ, ਸਾਡੇ ਰੇਡੀਓ ਦੀਆਂ ਜਿਹੜੀ ਲਹਿਰਾਂ ਚੀਨ ਨੂੰ ਜਾ ਰਹੀਆਂ ਉਹਨੂੰ ਕੱਟਦੇ ਨੇ ਰਾਹ 'ਚ। ਉਹ ਉਹਨਾਂ ਦੇ ਰੇਡੀਓ ਦੀਆਂ ਲਹਿਰਾਂ ਸਾਡੇ ਤੱਕ ਪਹੁੰਚ ਸਨ, ਉਹਨਾਂ ਦੀ ਖਬਰ ਸਾਨੂੰ ਸੁਣਦੇ ਸੀ, ਸਾਡੀਆਂ ਖਬਰਾਂ ਚੀਨ 'ਚ ਜਾਣ ਹੀ ਨਹੀਂ ਸੀ ਦਿੰਦੇ। ਕਿਉਂ? ਸਾਡੇ ਰੇਡੀਓ ਸਟੇਸ਼ਨ ਦੀਆਂ ਲਹਿਰਾਂ ਕਮਜ਼ੋਰ ਸਨ, ਪੀਕਿੰਗ ਸਟੇਸ਼ਨ ਦੀਆਂ ਲਹਿਰਾਂ ਸਟਰੋਂਗ ਸਨ। ਉਹ ਅਤੇ ਤੁਹਾਨੂੰ ਪਤਾ ਵੀ ਤਕੜਾ ਹਮੇਸ਼ਾ ਹੀ ਮਾੜੇ 'ਤੇ ਕਾਬੂ ਕਰ ਲੈਂਦਾ, ਤਕੜਾ ਹਮੇਸ਼ਾ ਮਾੜੇ ਡਰਾ ਲੈਂਦਾ। ਗੁਰੂ ਨਾਨਕ ਦੇ ਪਤਾ ਹੀ ਨਹੀਂ ਕਿੰਨੀ ਕਮਾਈ ਸੀ, ਉਹਨਾਂ ਦੇ ਵਿੱਚ ਇੰਨੀਆਂ ਤਾਕਤਵਰ ਲਹਿਰਾਂ ਨਿਕਲਦੀਆਂ ਸਨ ਨਾਮ ਦੀਆਂ ਕਿ ਜੋ ਕਿਸੇ ਨੂੰ ਕਹਿੰਦੇ ਸਨ, ਜੇ ਗੁਰੂ ਨਾਨਕ ਦੇ ਨਾਮ ਦੀਆਂ ਲਹਿਰਾਂ ਸਾਹਮਣੇ ਬੈਠੇ 'ਤੇ ਪੈਂਦੀਆਂ ਸਨ, ਉਹਨੂੰ ਆਪਣੀ ਗੱਲ ਹੀ ਭੁੱਲ ਜਾ ਕਰਦੇ ਸੀ, ਉਹਦੇ ਵਿਚਾਰ ਹੀ ਬਦਲ ਜਾਂਦੇ ਸਨ ਅਤੇ ਉਹ ਗੁਰੂ ਨਾਨਕ ਦੀ ਗੱਲ ਮੰਨ ਲਿਆ ਕਰਦੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਰਾਜਾ ਸ਼ਿਵ ਨਾਭ ਨੂੰ ਸੰਗਲਾਦੀਪ ਮਿਲਣ ਗਏ, ਜਦੋਂ ਜਿਹੜਾ ਸੰਗਲਾਦੀਪ ਦੇ ਰਾਜੇ ਸ਼ਿਵਨਾਥ ਦਾ ਸੁੱਕਿਆ ਹੋਇਆ ਬਾਗ ਸੀ ਨਾ, ਪੈਰ ਧਰਦੇ ਹਰਾ ਭਰਾ ਹੋ ਗਿਆ ਹੈ। ਮਾਲੀ ਭੱਜਿਆ ਗਿਆ ਸ਼ਿਵਨਾਥ ਕੋਲੇ ਵੀ ਸ਼ਾਇਦ ਅੱਜ ਗੁਰੂ ਨਾਨਕ ਦੇਵ ਜੀ ਆ ਗਏ ਜਿਹਨੂੰ ਤੁਸੀਂ ਯਾਦ ਕਰਦੇ ਰਹਿੰਦੇ ਸੀ। ਸ਼ਿਵਨਾਥ ਬੜੇ ਸਾਧੂ ਹਨ, ਸ਼ਿਵਨਾਥ ਦੇ ਨਾਲ ਬੜੇ ਸਾਧੂ ਨੇ ਧੋਖਾ ਕੀਤਾ, ਉਹਨੂੰ ਵਿਸ਼ਵਾਸ ਨਹੀਂ ਆਇਆ। ਉਹ ਕਹਿੰਦਾ ਜੇ ਤਾਂ ਹੋਏ ਗੁਰੂ ਨਾਨਕ ਦੇਵ ਜੀ ਫੇਰ ਤਾਂ ਡੋਲਦੇ ਨਹੀਂ ਹੈਗੇ, ਅਤੇ ਜੇ ਮਾੜਾ ਤੀੜਾ ਸਾਧੂਆਂ ਨੇ ਡੋਲ ਜਾਣਾ, ਉਹਨੇ 15-20 ਸੁੰਦਰ ਜਨਾਨੀਆਂ ਭੇਜਤੀਆਂ ਕਿ ਜਾਓ ਤੁਸੀਂ ਜਾ ਕੇ ਡਾਂਸ ਕਰੋ। ਜੇ ਤੇ ਉਹ ਗਿਆ ਸਾਧ ਡੋਲ, ਫਿਰ ਤਾਂ ਗੁਰੂ ਨਾਨਕ ਹੋ ਨਹੀਂ ਸਕਦਾ, ਅਤੇ ਜੇ ਨਾ ਡੋਲਿਆ ਤਾਂ ਫਿਰ ਉਹ ਗੁਰੂ ਨਾਨਕ ਹੋਏਗਾ। ਜਦੋਂ ਬੀਬੀਆਂ ਆਈਆਂ, ਗੁਰੂ ਨਾਨਕ ਦੇ ਜਾਣੀ ਜਾਣ ਸਨ ਵੀ ਇਹਨਾਂ ਦਾ ਮਨ ਸਾਫ਼ ਨਹੀਂ ਹੈ। ਜਦੋਂ ਬੀਬੀਆਂ ਸਾਹਮਣੇ ਆਈਆਂ ਨਾ, ਗੁਰੂ ਨਾਨਕ ਦੀ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਜਦੋਂ ਉਹਨਾਂ ਵੱਲ ਵੇਖਿਆ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਜਦੋਂ ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਬੀਬੀਆਂ ਵੱਲ ਗੁਰੂ ਨਾਨਕ ਨੇ ਤੱਕਿਆ, ਸਾਰੀ ਅੰਦਰ ਦੀ ਮੈਲ ਧੋਤੀ। ਜਦੋਂ ਅੰਦਰ ਦੀ ਮੈਲ ਧੋਤੀ ਗਈ, ਉਹ ਚੌਂਕੜੀਆਂ ਮਾਰ ਕੇ ਬਹਿ ਗਏ, ਸਮਾਧੀ ਲੱਗ ਗਈ। ਇਹ ਹੈ ਗੁਰੂ ਨਾਨਕ ਦੇ ਵਿੱਚ ਜਿਹੜੀਆਂ ਲਹਿਰਾਂ ਨਿਕਲੇ ਨਾਮ ਦੀਆਂ, ਇੰਨੀਆਂ ਸਟਰੋਂਗ ਸਨ ਕਿ ਜਿਹੜਾ ਸਾਹਮਣੇ ਬੰਦਾ ਹੁੰਦਾ ਸੀ ਉਹਦੀਆਂ ਲਹਿਰਾਂ ਨੂੰ ਕੱਟ ਕੇ ਆਪਣਾ ਅਸਰ ਉਸ 'ਤੇ ਪਾਇਆ ਕਰਦੀਆਂ ਸਨ। ਇਸ ਲਈ ਲੋਕ ਸਾਧੂਆਂ ਕੋਲੇ ਜਾਂਦੇ ਨੇ, ਐਵੇਂ ਨਹੀਂ ਜਾਂਦੇ। ਸਾਧ ਕੈ ਸੰਗ ਨਹੀਂ ਕਛੁ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਨਾਂ ਕੋਲ ਜਾ ਕੇ ਬਹੁਤੀ ਘਾਲਣਾ ਨਹੀਂ ਕਰਨੀ ਪੈਂਦੇ, ਉਹ ਤਾਂ ਜੇ ਕਿਰਪਾ ਦ੍ਰਿਸ਼ਟੀ ਕਰਦੇ ਨਾ, ਵੈਸੇ ਹੀ ਜਿਹੜਾ ਹੈ ਪਾਰ ਉਤਾਰਾ ਕਰ ਦਿੰਦੇ ਹਨ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਪ ਜਪਾਏ ਜਪੈ ਸੋ ਨਾਮ। ਜਿਸ ਤੋਂ ਪਰਮਾਤਮਾ ਆਪ ਨਾਮ ਜਪਾਉਂਦਾ ਨਾ, ਉਹ ਨਾਮ ਜਪਦਾ। ਅਤੇ ਜਦੋਂ ਆਪਾਂ ਨਾਮ ਜਪੀਏ, ਬਾਣੀ ਪੜ੍ਹੀਏ ਨਾ, ਅਤੇ ਕਹਿੰਦੇ ਸੱਚੇ ਪਾਤਸ਼ਾਹ ਅੱਜ ਤੇਰੀ ਬੜੀ ਕਿਰਪਾ ਹੈ। ਕਈ ਵਾਰੀ ਬਾਣੀ ਪੜ੍ਹਦਿਆਂ ਨਾ ਬੜਾ ਮਨ ਲੱਗਦਾ ਹੈ, ਇਹਦਾ ਮਤਲਬ ਉਹਦੇ ਗੁਰੂ ਮਹਾਰਾਜ ਪਰਮਾਤਮਾ ਬੜੇ ਖੁਸ਼ ਸਨ, ਉਹਨਾਂ ਦੀ ਖੁਸ਼ੀ ਸੀ, ਇਸ ਕਰਕੇ ਸਾਡਾ ਮਨ ਪ੍ਰਸੰਨ ਸੀ, ਸਾਡਾ ਮਨ ਬੜਾ ਲੱਗਾ। ਅਸੀਂ ਲੱਗੇ ਰਹੇ ਪਾਠ ਕਰਨ, ਲੱਗੇ ਰਹੇ ਸਿਮਰਨ ਕਰਨ। ਆਪ ਗਾਵਾਏ ਸੋ ਹਰ ਗੁਣ ਗਾਓ। ਜਦੋਂ ਪਰਮਾਤਮਾ ਆਪ ਕਿਸੇ ਦੇ ਕਿਰਪਾ ਕਰਕੇ ਆਪਣੇ ਉਸ ਤੋਂ ਗੁਣ ਗਵਾਉਂਦਾ ਨਾ, ਤਾਂ ਹੀ ਬੰਦਾ ਗੁਣ ਗਾਉਂਦਾ ਹੈ। ਕਈ ਕੀਰਤਨ ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ, ਪਰਮਾਤਮਾ ਕਿਰਪਾ ਕਰਦਾ ਹੈ। ਪਰਮਾਤਮਾ ਕੀਰਤਨ ਦੀ ਦਾਤ ਬਖਸ਼ਦਾ ਹੈ। ਇਹ ਸੁੰਦਰ ਗਲੇ ਦੇ ਨਾਲ ਗੰਦੇ ਗੀਤ ਗਾਏ ਜਾ ਸਕਦੇ ਨੇ, ਫਿਲਮੀ ਗੀਤ ਗਾਏ ਜਾ ਸਕਦੇ ਨੇ, ਔਰ ਕੀਰਤਨ ਨਾਲ ਵੱਧ ਪੈਸਾ ਕਮਾਇਆ ਜਾ ਸਕਦਾ ਹੈ। ਕੀਰਤਨ ਦੇ ਨਾਲੋਂ ਵੱਧ ਪੈਸਾ ਕਮਾਇਆ ਜਾ ਸਕਦਾ ਹੈ। ਕਈ ਸਾਡੇ ਵੱਡੇ ਵੱਡੇ ਜਿਹੜੇ ਸਨ ਗਾਉਣ ਵਾਲੇ ਨਾ, ਇਹ ਪਹਿਲਾਂ ਕੀਰਤਨੀਏ ਸਨ। ਇਹਨਾਂ ਨੂੰ ਕੀਰਤਨ 'ਚ ਪੈਸੇ ਘੱਟ ਮਿਲਦੇ ਸਨ। ਫਿਲਮਾਂ ਵਾਲੇ ਇਹਨਾਂ ਨੂੰ ਹਾਇਰ ਕਰ ਲਿਆ
ਕੀਰਤਨ ਵਾਲੇ 100 ਸੈਂਕੜੇ ਦਿੰਦੇ ਸਨ, ਉਹਨਾਂ ਹਜ਼ਾਰਾਂ 'ਚ ਪੈਸੇ ਦੇਣੇ ਸ਼ੁਰੂ ਕਰਦੇ। ਵਾਲੇ ਕੀਰਤਨ ਛੱਡ ਕੇ ਉਹ ਗੰਦੇ ਗੀਤਾਂ ਵੱਲ ਚਲੇ ਗਏ। ਪਰ ਉਹਨਾਂ ਨੂੰ ਗਿਆਨ ਨਹੀਂ, ਇਹ ਗਲਾ ਪਰਮਾਤਮਾ ਨੇ ਦਿੱਤਾ ਹੈ। ਅਤੇ ਪਰਮਾਤਮਾ ਨੇ ਜੇ ਧਰਮ ਰਾਜ ਰਾਹੀਂ ਪੁੱਛਣਾ ਨਾ, ਮੈਂ ਤੈਨੂੰ ਇੰਨਾ ਸੁੰਦਰ ਗਲਾ ਦਿੱਤਾ ਸੀ, ਗੰਦੇ ਗੀਤ ਗਾਉਣ ਲਈ ਦਿੱਤਾ ਸੀ, ਫਿਰ ਜਮਦੂਤ ਨੇ ਕੁੱਟਣਾ ਸ਼ੁਰੂ ਕਰ ਦੇਣਾ ਵੀ ਤੈਨੂੰ ਗਲਾ ਇੰਨਾ ਵਧੀਆ ਪਰਮਾਤਮਾ ਦੀ ਸਿਫਤ ਸਲਾਹ ਕਰਨ ਲਈ ਦਿੱਤਾ ਸੀ ਅਤੇ ਤੂੰ ਗੰਦੇ ਗੀਤ ਗਾਈ ਗਿਆ। ਇਸ ਲਈ ਪਰਮਾਤਮਾ ਜਿਸ 'ਤੇ ਕਿਰਪਾ ਕਰਦਾ ਉਹੀ ਉਹਦੇ ਗੁਣ ਗਾਉਂਦਾ ਹੈ। ਆਪ ਗਵਾਏ ਪਰਮਾਤਮਾ, ਆਪ ਹੀ ਜਿਸ ਤੋਂ ਗਵਾਉਂਦਾ ਨਾ, ਸੋ ਹਰ ਗੁਣ ਗਾਓ, ਉਹੀ ਹਰੀ ਦੇ ਗੁਣ ਗਾਉਂਦਾ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪਰਮਾਤਮਾ ਦੀ ਕਿਰਪਾ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇੱਕ ਤਾਂ ਬਾਹਰਲਾ ਪ੍ਰਕਾਸ਼ ਹੈ ਟਿਊਬਾਂ ਦਾ, ਇੱਕ ਅੰਦਰ ਪ੍ਰਕਾਸ਼ ਹੁੰਦਾ। ਜਦੋਂ ਦਿਵ ਦ੍ਰਿਸ਼ਟੀ ਖੋਲ੍ਹਦੇ ਨਾ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਪੁਰਾਣੇ ਯੋਗੀ ਸਨ, ਉਹਨਾਂ ਨੇ ਸਰੀਰ ਦੇ ਸਾਰੇ ਭੇਦਾਂ ਬਾਰੇ ਲਿਖਿਆ। ਪਤੰਜਲੀ ਬੜਾ ਵੱਡਾ ਹਿੰਦੁਸਤਾਨ ਦਾ ਹੋਇਆ ਯੋਗ ਸ਼ਾਸਤਰ ਦਾ ਗਿਆਤਾ। ਉਹਨੇ ਆਪਣੇ ਯੋਗ ਰਾਹੀਂ ਆਪਣੀ ਸਮਾਧੀ ਲਾ ਕੇ ਸਰੀਰ ਨੂੰ ਅੰਦਰੋਂ ਵੇਖਿਆ ਕਿ ਕਿਵੇਂ ਦਿਲ ਹੈ, 72,000 ਨਾੜੀਆਂ ਨੇ, ਕਿਵੇਂ ਫੇਫੜੇ ਕੰਮ ਕਰਦੇ, ਸਾਰਾ ਕੁਛ ਉਹਨੇ ਅੰਦਰ ਵੇਖਿਆ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਨਾ, ਬਾਹਰੋਂ ਖੜਿਆਂ ਵੀ ਦੂਜੇ ਦੇ ਅੰਦਰ ਦਿਸਣਾ ਸ਼ੁਰੂ ਦੇ ਕੀ ਹੈ। ਇੱਕ ਬੀਬੀ ਆ ਗਈ, ਸੰਤ ਸੀਤਲ ਸਿੰਘ ਨਿਕਲੇ, ਮੈਂ ਬੈਠਾ, ਕਹੇ ਜੀ ਮੇਰਾ ਪੇਟ ਦੁਖਦਾ ਰਹਿੰਦਾ ਹੈ। ਮਹਾਂਪੁਰਖ ਅੱਖਾਂ ਬੰਦ ਕੀਤੀਆਂ, ਕਹਿੰਦੇ ਬੀਬੀ ਜੀ ਤੁਹਾਡੇ ਪੇਟ ਦੇ ਉੱਤੇ ਇੱਕ ਕਾਲਾ ਦਾਗ ਦਿਸ ਰਿਹਾ ਹੈ। ਹਾਂ, ਕਹਿੰਦੀ ਜੀ ਹੈ। ਕਹਿੰਦੇ ਬੀਬਾ ਤੁਹਾਨੂੰ ਹੋ ਰਿਹਾ ਕੈਂਸਰ, ਆਪਣਾ ਵੇਲੇ ਸਿਰ ਇਲਾਜ ਕਰਾ ਲਓ, ਇਸ ਲਈ ਤੁਹਾਡਾ ਪੇਟ ਦੁਖਦਾ ਰਹਿੰਦਾ ਹੈ। ਇੱਕ ਵਾਰੀ ਮੇਰੀ ਜਿਹੜੀ ਹੈ ਨਾੜ ਹਾਰਟ ਦੀ ਪੂਰੀ ਬੰਦ ਨਹੀਂ ਹੋਈ, ਦਬ ਗਈ। ਮੈਂ ਮਹਾਂਪੁਰਖਾਂ ਕੋਲ ਚਲੇ ਗਿਆ। ਕਹਿੰਦੇ ਭਿੰਡਰ ਸਾਹਿਬ 3 ਵੱਡੀਆਂ ਨਾੜਾਂ ਹੁੰਦੀਆਂ ਜਿਹੜੀ ਦਿਲ ਨੂੰ ਜਾਂਦੀਆਂ ਨੇ, 2 ਬਿਲਕੁਲ ਠੀਕ ਨੇ, ਇੱਕ ਥੋੜ੍ਹੀ ਚਿਪਕ ਗਈ ਹੈ, ਬੰਦ ਨਹੀਂ ਹੋਈ, ਚਿਪਕ ਗਈ, ਉਸ ਵਿੱਚ ਰੁਕ ਰੁਕ ਕੇ ਖੂਨ ਜਾਂਦਾ ਹੈ। ਪਰ ਕਹਿੰਦੇ ਚਲੋ ਤੂੰ ਨਾ ਚੈੱਕ ਕਰਾ ਲੈ। ਜਦੋਂ ਮੈਂ ਚੈੱਕ ਕਰਾਇਆ, ਉਹ ਮੈਨੂੰ ਕਹਿੰਦੇ ਤੁਹਾਡੀਆਂ 2 ਬੰਦ ਨੇ ਜੀ, ਇੱਕੋ ਖੁੱਲ੍ਹੀ ਹੈ। ਮੈਂ ਕੋ ਤਾਂ ਐਂ ਕਹਿੰਦੇ ਨੇ, ਕਹੇ ਝੂਠ ਬੋਲਦੇ ਨੇ। ਉਹ ਝੂਠ ਬੋਲਦੇ ਨੇ ਵੀ ਡਰਾ ਦਿਓ, ਫਿਰ ਇਹਦਾ ਆਪਰੇਸ਼ਨ ਕਰੋ, ਇਸ ਤੋਂ 1,00,000 ਸਵਾ ਲੱਖ ਲੈ ਲਓ। ਉਦੋਂ ਫੋਰਟਿਸ ਹਸਪਤਾਲ ਮੋਹਾਲੀ ਖੁੱਲ੍ਹਾ ਹੀ ਸੀ। ਇਹਨਾਂ ਨੇ ਮੇਲਾ ਲਾਇਆ ਸੀ ਵੀ ਜਿਹੜਾ ਚੈੱਕ ਕਰਾਏਗਾ ਉਸ ਤੋਂ ਅੱਧੇ ਪੈਸੇ ਲੈ ਜਾਣਗੇ, 10,000 ਦੀ ਥਾਂ 'ਤੇ 5,000। ਜਿਹੜਾ ਡਾਕਟਰ ਆਵੇ ਜੀ ਤੁਸੀਂ ਦਾਖਲ ਹੋ ਜੀ, ਆਪਰੇਸ਼ਨ ਕਰਾ ਲਓ। ਜਿਹੜਾ ਆਵੇ ਤੁਸੀਂ ਮੈਨੂੰ ਮਹਾਂਪੁਰਖਾਂ ਕਿਹਾ ਸੀ ਸਿਰਫ ਚੈੱਕ ਕਰਾਉਣਾ, ਆਪਰੇਸ਼ਨ ਨਹੀਂ ਕਰਾਉਣਾ। ਉਹ ਤੈਨੂੰ ਕਹੀ ਜਾਣਗੇ ਤੂੰ ਕਰਾਉਣਾ ਨਹੀਂ, ਕਿ ਨਾ ਜੀ ਮੈਂ ਤਾਂ ਚੈੱਕ ਕਰਾਉਣਾ। ਉਹ ਮੈਨੂੰ ਕਹੀ, ਮੈਂ ਜੀ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ, ਮੈਂ ਲੈ ਕੇ ਨਹੀਂ ਆਇਆ। ਉਹਨੂੰ ਪਤਾ ਸੀ ਸਰਵਿਸ ਕਰਦੇ, ਕੋਈ ਨਹੀਂ ਪੈਸੇ ਆ ਜਾਣਗੇ ਜੀ, ਤੁਸੀਂ ਦਾਖਲ ਹੋ ਜਾਓ ਜੀ ਬਸ। ਮੈਂ ਨਹੀਂ ਦਾਖਲ ਹੋਇਆ। ਮਹਾਂਪੁਰਖਾਂ ਨੇ ਮੈਨੂੰ ਨਾ ਇੱਕ ਸ਼ਬਦ ਦਿੱਤਾ, ਕਹਿੰਦੇ ਤੂੰ ਰੋਜ਼ ਇੰਨਾ ਸਮਾਂ 40 ਦਿਨ ਇਹਦਾ ਜਾਪ ਕਰ। ਜਦੋਂ ਹੋਇਆ ਨਾ 39ਵਾਂ ਦਿਨ, ਮੈਂ ਲੇਟਿਆ ਹੋਇਆ ਆਪਣੇ ਮੰਜੇ 'ਤੇ, ਕੋਈ 2-2:30 ਵਜੇ ਨੇ ਦੁਪਹਿਰ ਦੇ। ਜਿਵੇਂ ਕੋਈ ਲੱਕੜੀ ਦਾ, ਜਿਵੇਂ ਇਹਨਾਂ ਕੋਲ ਹੁੰਦਾ ਨਾ ਸੁਨਿਆਰਿਆਂ ਕੋਲ ਛੋਟੀ ਜਿਹੀ ਹਥੌੜੀ, ਐਂ ਜਿਵੇਂ ਲੱਕੜੀ ਦੀ ਛੋਟੀ ਜਿਹੀ ਹਥੌੜੀ ਵੱਜੇ ਅਤੇ ਖੜਕਾ ਹੁੰਦਾ ਨਾ, ਐਂ ਮੇਰੇ ਦਾ ਠੱਕ 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 ਦਿਲ ਕਰ ਰਿਹਾ ਹੈ। ਮੈਂ ਕਹਿ ਲਿਆ ਵੀ ਜੈ ਮਲਸਿਆ, ਜਾਂ ਤੂੰ ਅੱਜ ਤੰਦਰੁਸਤ ਹੋਏ ਜਾਂ ਤੇਰਾ ਅੱਜ ਭੋਗ ਪੈ ਜਾਣਾ। ਮੈਂ ਘਬਰਾਇਆ ਨਹੀਂ, ਵੈਸੇ ਮੈਂ ਲੇਟਿਆ ਰਿਹਾ, ਮੈਂ ਦੇਖਦਾ ਕੀ ਹੋ ਰਿਹਾ। 2 ਮਿੰਟ ਠੱਕ 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 ਦੀ ਆਵਾਜ਼ ਆਈ, ਫਿਰ ਆਵਾਜ਼ ਬੰਦ ਹੋ ਗਈ। 41ਵੇਂ ਦਿਨ ਮੈਂ ਉਹਨਾਂ ਨੂੰ ਮਿਲਣ ਗਿਆ ਮਹਾਂਪੁਰਖ, ਉਹ ਹੱਸ ਪਏ, ਕਹਿੰਦੇ ਪਰਸੋਂ ਤੇਰੇ ਨਾਲ ਕੀ ਹੋਇਆ ਦੱਸੀ ਜਰਾ। ਸੰਗਤ ਬੈਠੀ ਸੀ, ਮੈਂ ਦੱਸਿਆ ਜੀ ਆਹ ਹੋਇਆ ਮੈਨੂੰ। ਕਹਿੰਦੇ ਤੇਰੀ ਉਹ ਜਿਹੜੀ ਥੋੜ੍ਹੀ ਚਿਪਕੀ ਹੋਈ ਨਾੜੀ ਸੀ ਨਾ, ਉਹ ਖੁੱਲ੍ਹ ਗਈ ਆ, ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ। ਹੁਣ ਤੂੰ ਪਹਿਲੇ ਡਾਕਟਰ ਕੋਲ ਨਾ ਜਾਈਂ,
ਕਿਸੇ ਹੋਰ ਤੋਂ ਚੈੱਕ ਕਰਾ ਲਈ, ਕਿ ਪਹਿਲੇ ਨੇ ਤਾਂ ਉਹੀ ਗੱਲ ਕਹਿ ਦੇਣੀ ਹੈ, ਕਿਸੇ ਹੋਰ ਤੋਂ ਚੈੱਕ ਕਰਾ ਲਈ, ਤੇਰੇ ਤਿੰਨੋਂ ਦੀਆਂ ਤਿੰਨੋਂ ਨਾੜੀਆਂ ਖੁੱਲ੍ਹੀਆਂ ਹਨ। ਉਹਦੀ ਕਿਰਪਾ ਨਾਲ ਅੰਦਰ ਪ੍ਰਕਾਸ਼ ਹੁੰਦਾ ਹੈ, ਉਹ ਪ੍ਰਕਾਸ਼ ਕਾਰਨ ਹੀ ਉਹ ਦੱਸੀ ਗਏ ਵੀ ਆਹ ਹੈ, ਆਹ ਹੋ ਰਿਹਾ, ਆਹ ਹੋ ਰਿਹਾ। ਕਿੱਥੇ ਅਲਟਰਾਸਾਊਂਡ ਹੁੰਦੇ, ਹੋਰ ਚੀਜ਼ਾਂ ਹੁੰਦੀਆਂ, ਉਹ ਸਾਨੂੰ ਦੱਸਦੇ ਨੇ। ਮਹਾਂਪੁਰਖਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਸੀ, ਉਹ ਉਂਝ ਹੀ ਬੈਠੇ ਦੱਸੀ ਜਾਂਦੇ ਹੁੰਦੇ ਸੀ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪਰਮਾਤਮਾ ਦੀ ਕਿਰਪਾ ਨਾਲ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ, ਪਰਮਾਤਮਾ ਦੀ ਦਇਆ ਨਾਲ ਜਿਹੜਾ ਮਨ ਰੂਪੀ ਕਮਲ ਹੈ ਨਾ, ਉਹ ਖਿੜ ਉੱਠਦਾ ਹੈ। ਯੋਗ ਮਤ ਵਾਲੇ ਕਹਿੰਦੇ ਨੇ ਸਾਡੇ ਅੰਦਰ 6 ਥਾਂ 'ਤੇ ਕਮਲ ਫੁੱਲ ਹੈ, ਕਿਤੇ 2 ਪੱਤੀਆਂ ਵਾਲਾ, ਕਿਤੇ 4 ਪੱਤੀਆਂ ਵਾਲਾ, ਕਿਤੇ 8 ਪੱਤੀਆਂ ਵਾਲਾ, ਕਿਤੇ 16 ਵਾਲਾ, ਕਿਤੇ 32 ਵਾਲਾ, ਅਤੇ ਕਿਤੇ ਸੈਂਕੜੇ ਪੱਤੀਆਂ ਵਾਲਾ। ਉਹ ਸਾਰੇ ਦੇ ਸਾਰੇ ਕਮਲ ਫੁੱਲ ਮੂਧੇ ਨੇ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਉਹ ਵਾਰੀ ਵਾਰੀ ਸਿੱਧੇ ਹੋਣੇ ਸ਼ੁਰੂ ਹੋ ਜਾਂਦੇ ਨੇ। ਜਿਉਂ ਹੀ ਸਿੱਧੇ ਹੋਈ ਜਾਂਦੇ ਨੇ, ਇਹ ਮਨ ਖੁਸ਼ ਹੋਣਾ ਸ਼ੁਰੂ ਹੋ ਜਾਂਦਾ, ਹਿਰਦਾ ਖੁਸ਼ ਹੋ ਜਾਂਦਾ, ਹਿਰਦਾ ਖੇੜੇ 'ਚ ਆ ਜਾਂਦਾ। ਪ੍ਰਭ ਦਇਆ ਤੇ ਕਮਲ ਵਿਗਾਸ, ਪਰਮਾਤਮਾ ਦੀ ਦਇਆ ਨਾਲ, ਪਰਮਾਤਮਾ ਦੀ ਕਿਰਪਾ ਨਾਲ ਮਨ ਰੂਪੀ ਕਮਲ ਖਿੜ ਉੱਠਦਾ ਹੈ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ। ਜਦੋਂ ਪਰਮਾਤਮਾ ਕਿਸੇ ਜੀਵ 'ਤੇ ਬਹੁਤ ਖੁਸ਼ ਹੁੰਦਾ, ਵਸੈ ਮਨ ਸੋਏ, ਉਹਦੇ ਮਨ 'ਚ ਆ ਕੇ ਪਰਮਾਤਮਾ ਵਸ ਜਾਂਦਾ ਹੈ। ਤੁਸੀਂ ਕਹੋਗੇ ਵਸਦਾ ਤਾਂ ਪਹਿਲਾਂ ਹੀ ਉਹ, ਪਰਮਾਤਮਾ ਤਾਂ ਪਹਿਲਾਂ ਹੀ ਹਰ ਇੱਕ ਦੇ ਵਿੱਚ ਵਸਦਾ, ਅਤੇ ਉਹ ਖੁਸ਼ ਹੋਣ 'ਤੇ ਆ ਕੇ ਵਸੇ ਨਹੀਂ। ਭਾਵ ਪਰਮਾਤਮਾ ਹੁਣ ਪ੍ਰਗਟ ਹੋ ਗਿਆ ਹੈ। ਪਹਿਲਾਂ ਪਰਮਾਤਮਾ ਗੁਪਤ ਰੂਪ ਵਿੱਚ ਸੀ, ਹੁਣ ਉਹ ਪ੍ਰਗਟ ਹੋ ਗਿਆ। ਜਦੋਂ ਪਰਮਾਤਮਾ ਪ੍ਰਗਟ ਹੁੰਦਾ, ਫਿਰ ਜੋ ਮਰਜ਼ੀ ਉਸ ਤੋਂ ਕੰਮ ਕਰਾ ਲਓ। ਫਿਰ ਤੁਹਾਨੂੰ ਹੁਣ ਦੀ ਤਰ੍ਹਾਂ ਅਰਦਾਸਾਂ ਖਲੋ ਖਲੋ ਕੇ ਕਰਨ ਦੀ ਲੋੜ ਨਹੀਂ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੁੰਦਾ, ਸਿਰਫ ਤੁਸੀਂ ਖਿਆਲ ਹੀ ਲਿਆਉਣਾ। ਖਿਆਲ ਆਉਂਦੇ ਸਾਰ ਹੀ ਉਹ ਖਿਆਲ ਪੂਰਾ ਹੋ ਜਾਂਦਾ ਹੈ, ਕੋਈ ਦੇਰ ਨਹੀਂ ਲੱਗਦੀ। ਇਸ ਲਈ ਜਦੋਂ ਪਰਮਾਤਮਾ ਬਹੁਤ ਪ੍ਰਸੰਨ ਹੁੰਦਾ, ਉਹ ਜੀਵ ਦੇ ਹਿਰਦੇ 'ਚ ਆ ਕੇ ਪ੍ਰਗਟ ਹੋ ਜਾਂਦਾ, ਵਸ ਜਾਂਦਾ। ਪ੍ਰਭ ਦਇਆ ਤੇ ਮਤ ਊਤਮ ਹੋਏ। ਪਰਮਾਤਮਾ ਜਦੋਂ ਕਿਸੇ 'ਤੇ ਕਿਰਪਾ ਕਰੇ, ਉਹਦੀ ਉੱਚੀ ਮਤ ਹੋ ਜਾਂਦੀ। ਅੱਜ ਤਾਂ ਸਾਡਾ ਮਨ ਉੱਚਾ, ਮਤ ਨੀਵੀਂ ਹੈ, ਅਤੇ ਅਸੀਂ ਰੋਜ਼ ਇਹੀ ਅਰਦਾਸ ਕਰਦੇ ਹਾਂ, ਸਿੱਖ ਦਾ ਮਨ ਨੀਵਾਂ, ਮਤ ਉੱਚੀ ਹੋਵੇ। ਅੱਜ ਸਾਡੀ ਮਤ ਨੀਵੀਂ ਹੈ, ਮਨ ਉੱਚਾ ਹੈ, ਇਸ ਲਈ ਅਸੀਂ ਗਲਤੀਆਂ ਕਰਦੇ ਹਾਂ। ਮਨ ਤੇ ਜਨਮਾਂ ਜਨਮਾਂਤਰਾਂ ਤੋਂ ਮਾੜੇ ਕੰਮ ਕਰ ਕਰਕੇ ਮੈਲਾ ਹੋ ਗਿਆ ਹੈ। ਉਹਦੇ ਅੰਦਰ ਤਾਂ ਮੈਲੇ ਵਿਚਾਰ ਨੇ। ਜਦੋਂ ਅਸੀਂ ਮਨ ਤੋਂ ਕੰਮ ਲਵਾਂਗੇ, ਜਿਵੇਂ ਭੈੜਾ ਬੰਦਾ ਸਾਨੂੰ ਕਦੇ ਚੰਗੀ ਸਲਾਹ ਨਹੀਂ ਦੇਗਾ। ਕੀ ਸ਼ਰਾਬ ਪੀਣ ਵਾਲਾ ਤੁਹਾਨੂੰ ਕਦੇ ਸਲਾਹ ਦੇਗਾ ਕਿ ਭਾਈ ਤੂੰ ਸ਼ਰਾਬ ਨਾ ਪੀਆ ਕਰ? ਕਦੇ ਵੀ ਨਹੀਂ। ਉਹ ਤਾਂ ਸਗੋਂ ਕਹੇਗਾ ਤੂੰ ਪੀਆ ਕਰ। ਸਾਡਾ ਸਤਸੰਗੀ ਹੈ, ਉਹਦੇ ਪਿਤਾ ਜੀ ਕਿਹਾ ਕਰ, ਜਿਹੜਾ ਕੋਈ ਮਿਲਣਾ, ਉਹ ਯਾਰ ਬਾਬਿਆਂ ਨੇ ਮੇਰਾ ਮੁੰਡਾ ਪੱਟਤਾ। ਉਹ ਲੋਕ ਕਦੇ ਪੱਟਤਾ ਹੋਣੇ, ਕਈ ਲੋਕ ਨੇ ਡਿਟੇਲ 'ਚ ਨਹੀਂ ਪੁੱਛਦੇ ਕਿਹੜੇ ਬਾਬੇ ਨੇ ਪੱਟਤੇ ਅਤੇ ਕਿਵੇਂ ਪੱਟਿਆ ਨਾ, ਪੱਟਤਾ ਹੋਣਾ। ਇੱਕ ਬੰਦੇ ਕੋਲ ਉਹਨੇ 2-3 ਵਾਰੀ ਕਿਹਾ, ਉਹ ਕਹਿੰਦਾ ਯਾਰ ਤੂੰ ਹਰ ਵਾਰੀ ਕਹਿਣਾ ਬਾਬਿਆਂ ਨੇ ਮੇਰਾ ਮੁੰਡਾ ਪੱਟਤਾ, ਕਿਹੜੇ ਬਾਬਿਆਂ ਨੇ ਪੱਟਿਆ? ਹੁਣ ਮੇਰਾ ਨਾਂ ਲੈਤਾ। ਉਹ ਕਹਿੰਦਾ ਮੈਂ ਉਹਨਾਂ ਤੋਂ 2-3 ਵਾਰੀ ਸੰਥਿਆ ਲਈ ਹੈ, ਉਹ ਤਾਂ ਸਾਡੇ ਜੀਵਨ ਨੂੰ ਸੁਧਾਰਦੇ ਨੇ, ਹੁਣ ਤੇਰੇ ਮੁੰਡੇ ਨੂੰ ਕਿਵੇਂ ਪੜ੍ਹਦਾ? ਤੇਰਾ ਮੁੰਡਾ ਤਾਂ ਅਖੰਡ ਪਾਠੀ ਹੋ ਗਿਆ, ਉਹ ਤਾਂ ਰਾਤ ਨੂੰ ਰੌਲ ਲਾਉਂਦਾ ਹੈ, ਮੈਂ ਜਾਣਦਾ ਉਸ ਨੂੰ, ਅਤੇ ਤੂੰ ਕਹਿੰਦਾ ਨਹੀਂ, ਮੇਰਾ ਮੁੰਡਾ ਪਹਿਲਾਂ ਸ਼ਰਾਬ ਪੀਆ ਕਰਦਾ ਸੀ, ਜਦੋਂ ਮੈਂ ਉਹਨੂੰ ਮਿਲਣ ਆਉਂਦਾ ਸੀ ਮੈਨੂੰ ਸ਼ਰਾਬ ਪਿਲਾਉਂਦਾ ਸੀ, ਮੀਟ ਖਵਾਉਂਦਾ ਸੀ। ਉਹ ਬਾਬਿਆਂ ਦੇ ਆਖੇ ਲੱਗ ਕੇ ਉਹਨੂੰ ਵੈਸ਼ਨੂੰ ਹੋ ਗਿਆ, ਅੰਮ੍ਰਿਤਧਾਰੀ ਹੋ ਗਿਆ, ਹੁਣ ਮੈਨੂੰ ਸ਼ਰਾਬ ਨਹੀਂ ਪਿਲਾਉਂਦਾ, ਮੀਟ ਨਹੀਂ ਖਵਾਉਂਦਾ। ਕਹਿੰਦੇ ਤੇਰੇ ਮੁੰਡੇ ਨੂੰ ਬਾਬਿਆਂ ਨੇ ਸੁਧਾਰ ਦੇਗਾ, ਪੱਟਦਾ ਹੈ। ਸੋ ਇਸ ਲਈ ਸ਼ਰਾਬ ਪੀਣ ਵਾਲਾ ਕਦੇ ਵੀ ਤੁਹਾਨੂੰ ਚੰਗੀ ਮੱਤ ਨਹੀਂ ਦੇਗਾ। ਉਹ ਕਦੇ ਨਹੀਂ ਕਹੇਗਾ ਨਾ ਪੀਆ ਕਰੋ ਨਾ, ਉਹ ਤਾਂ ਕਹੇਗਾ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ ਮੌਜ ਕਰੋ। ਮਨ ਇਸ ਤਰ੍ਹਾਂ ਇਹਨੇ ਕਦੇ ਸਾਨੂੰ ਚੱਜ ਦੀ ਸਲਾਹ ਨਹੀਂ ਦੇਣੀ। ਪਰਮਾਤਮਾ ਨੇ ਸਾਨੂੰ ਮੱਤ ਦਿੱਤੀ ਹੈ।
ਜਦ ਅਸੀਂ ਮੱਤ ਤੋਂ ਕੰਮ ਲੈਂਦੇ ਹਾਂ, ਮੱਤ ਸਾਨੂੰ ਦੱਸਦੀ ਹੈ ਆਹ ਠੀਕ ਹੈ, ਆਹ ਗਲਤ ਹੈ। ਹੁਣ ਧਿਆਨ ਦੇਣਾ, ਪਹਿਲੀ ਵਾਲਾ ਬੱਚਾ ਹੈ, ਉਹਨੂੰ ਪੁੱਛੋ ਕਾਕਾ ਕੀ ਚੋਰੀ ਕਰਨਾ ਠੀਕ ਹੈ? ਨਾ ਜੀ ਸਰ ਜੀ, ਚੋਰੀ ਨਹੀਂ ਕਰਨੀ ਚਾਹੀਦੀ। ਵੱਡਾ ਹੋ ਕੇ ਉਹੀ ਚੋਰੀ ਕਰ ਰਿਹਾ ਹੁੰਦਾ। ਕਿਉਂ? ਉਹਨੇ ਹੁਣ ਮਨ ਤੋਂ ਕੰਮ ਲਿਆ। ਪਹਿਲੀ ਜਦੋਂ ਪੜ੍ਹਦਾ ਸੀ, ਟੀਚਰ ਨੇ ਪੁੱਛਿਆ ਕਾਕਾ ਕੀ ਚੋਰੀ ਕਰਨੀ ਚਾਹੀਦੀ ਹੈ? ਉਹਨੇ ਮੱਤ ਤੋਂ ਕੰਮ ਲਿਆ, ਕਦੇ ਨਹੀਂ ਕਰਨੀ ਚਾਹੀਦੀ। ਅਤੇ ਜਦੋਂ ਮੱਤ ਨੀਵੀਂ ਹੋ ਗਈ ਅਤੇ ਮਨ ਉੱਚਾ ਹੋ ਗਿਆ, ਫਿਰ ਉਹੀ ਬੰਦਾ ਚੋਰੀਆਂ ਕਰਦਾ ਹੈ। ਅੱਜ ਸਾਡੇ 'ਤੇ ਮਨ ਦਾ ਪ੍ਰਭਾਵ ਹੈ, ਅਸੀਂ ਮਨ ਦੇ ਗੁਲਾਮ ਹਾਂ। ਇਸੇ ਲਈ ਇੰਨੀ ਗੜਬੜ ਹੋ ਰਹੀ ਹੈ ਸਮਾਜ ਦੇ ਵਿੱਚ। ਜਿੱਦੇ ਅਸੀਂ ਗੁਰੂ ਦੀ ਪਰਮਾ ਦਿੱਤੀ ਮੱਤ ਤੋਂ ਕੰਮ ਲੈਣ ਲੱਗ ਪਏ ਨਾ, ਸਭ ਕੁਝ ਠੀਕ ਹੋ ਜਾਏਗਾ। ਪ੍ਰਭ ਦਇਆ ਅਤੇ ਮੱਤ ਊਤਮ ਹੋਏ। ਪਰਮਾਤਮਾ ਦੀ ਕਿਰਪਾ ਨਾਲ ਮੱਤ ਉੱਚੀ ਹੋ ਜਾਂਦੀ ਹੈ। ਜਦੋਂ ਮੱਤ ਉੱਚੀ ਹੁੰਦੀ ਹੈ, ਫਿਰ ਇਹਦੇ ਅੰਦਰ ਵਧੀਆ ਵਿਚਾਰ ਪੈਦਾ ਹੁੰਦੇ ਹਨ, ਅਤੇ ਵਿਚਾਰਾਂ ਅਨੁਸਾਰ ਹੀ ਹਮੇਸ਼ਾ ਬੰਦਾ ਕਰਮ ਕਰਦਾ ਹੈ। ਜੇ ਵਿਚਾਰ ਵਧੀਆ ਹੋ ਜਾਣ, ਕਰਮ ਆਪੇ ਹੀ ਠੀਕ ਹੋ ਜਾਂਦੇ ਨੇ। ਜਦੋਂ ਵਿਚਾਰ ਘਟੀਆ ਹੁੰਦੇ ਨੇ, ਕਰਮ ਆਪਣੇ ਆਪ ਹੀ ਘਟੀਆ ਹੋ ਜਾਂਦੇ ਨੇ। ਪਰਮਾਤਮਾ ਦੀ ਕਿਰਪਾ ਨਾਲ ਮੱਤ ਉੱਚੀ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਇਹ ਪਰਮਾਤਮਾ, ਸਾਰੇ ਸੁੱਖਾਂ ਦੇ ਖਜ਼ਾਨੇ ਤੇਰੀ ਕਿਰਪਾ 'ਚ ਨੇ। ਜਦ ਤੇਰੀ ਕਿਰਪਾ ਹੁੰਦੀ ਹੈ, ਸੁੱਖਾਂ ਦੇ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਆਪੋਂ ਕਛੂ ਨਾ ਕਿਨਹੂ ਲਿਆ। ਆਪੋਂ ਹਾਹੇ 'ਤੇ ਟਿੱਪੀ ਲਾ ਕੇ ਪੜ੍ਹਨਾ, ਆਪਣੇ ਆਪ। ਆਪੋਂ ਕਛੂ ਨਾ ਕਿਨਹੂ ਲਿਆ। ਕਿਸੇ ਨੂੰ ਵੀ ਆਪਣੇ ਤੌਰ 'ਤੇ ਪ੍ਰਾਪਤ ਨਹੀਂ ਕਦੇ ਹੋਇਆ। ਜੇ ਕੋਈ ਕਹੇ ਨਾ ਮੈਂ ਪ੍ਰਾਪਤ ਕਰ ਲਾਂਗਾ, ਮੈਂ ਯਤਨ ਕਰਕੇ ਆਹ ਕਰ ਲਾਂਗਾ। ਮਹਾਤਮਾ ਬੁੱਧ 12 ਸਾਲ ਲੱਗੇ ਰਹੇ, ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਾਂਗਾ, ਮੈਂ ਗਿਆਨ ਪ੍ਰਾਪਤ ਕਰਕੇ ਹੀ ਹਟਾਂਗਾ। ਠੀਕ ਹੈ, ਗਿਆਨ ਪ੍ਰਾਪਤ ਕਰਨ ਗਏ ਸਨ, ਪਰ ਅਜੇ ਮੈਂ ਨਹੀਂ ਸੀ ਅੰਦਰੋਂ ਖਤਮ ਹੋਈ। ਜੇ ਕਹਿੰਦੇ ਹੇ ਪਰਮਾਤਮਾ ਤੂੰ ਮੇਰੇ 'ਤੇ ਕਿਰਪਾ ਕਰ, ਬੜੇ ਸਾਲ ਹੋ ਗਏ ਨੇ ਮੈਨੂੰ ਭੁੱਖੇ ਪਿਆਸੇ ਰਹਿੰਦੇ ਹੋਏ, ਮੇਰੇ 'ਤੇ ਕਿਰਪਾ ਕਰ, ਮੈਨੂੰ ਗਿਆਨ ਦੀ ਬਖਸ਼ਿਸ਼ ਕਰ, ਫਿਰ ਹੋਰ ਗੱਲ ਸੀ। ਜਦੋਂ ਇੰਨੇ ਕਮਜ਼ੋਰ ਹੋ ਗਏ ਕਿ ਬੈਠ ਵੀ ਨਹੀਂ ਸੀ ਹੁੰਦਾ, ਅਤੇ ਜਿਸ ਦਰਖਤ ਦੇ ਹੇਠਾਂ ਬੈਠੇ ਸਨ ਹੁਣ ਬੈਠ ਨਹੀਂ ਹੁੰਦਾ, ਹੁਣ ਲੱਗੇ ਨੇ ਲੇਟਣ, ਅਤੇ ਕਹਿੰਦੇ ਤੇਰੀ ਕਿਰਪਾ, ਅਤੇ ਨਾਲ ਦੀ ਨਾਲ ਗਿਆਨ ਹੋ ਗਿਆ। ਪਰਮਾਤਮਾ ਕਹਿੰਦਾ ਅੱਛਾ ਮੇਰੀ ਕਿਰਪਾ ਅਤੇ ਆ ਲੈ ਫਿਰ ਗਿਆਨ। ਇਸ ਲਈ ਸਾਰਾ ਗਿਆਨ ਉਹਦੀ ਕਿਰਪਾ ਨਾਲ ਹੁੰਦਾ ਹੈ। ਜੋ ਕੁਛ ਵੀ ਅਸੀਂ ਪ੍ਰਾਪਤ ਕੀਤਾ ਉਹਦੀ ਕਿਰਪਾ ਨਾਲ ਹੁੰਦਾ ਹੈ। ਨਹੀਂ ਤਾਂ ਕਿ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਾਰਾ ਯਤਨ ਕੀਤਾ, ਪਰ ਯਤਨ ਦੇ ਵਿੱਚ ਕਾਮਯਾਬ ਕੌਣ ਹੋਇਆ? ਜਿਸ 'ਤੇ ਪਰਮਾਤਮਾ ਨੇ ਕਿਰਪਾ ਕਰਤੀ। ਪੋਸਟ ਇੱਕ ਹੈ, ਅਪਲਾਈ 10 ਬੰਦਿਆਂ ਨੇ ਕਰਤਾ ਹੈ, ਨੌਕਰੀ ਤਾਂ ਇੱਕ ਨੂੰ ਮਿਲਣੀ ਹੈ ਨਾ। ਜਿਸ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਏਗੀ ਉਹਨੂੰ ਨੌਕਰੀ ਮਿਲ ਜਾਏਗੀ। ਬਾਕੀ ਪੜ੍ਹੇ ਲਿਖੇ ਤਾਂ ਬਾਕੀ 9 ਵੀ ਉਹ ਨਹੀਂ ਸਨ, ਬਰਾਬਰ ਦੀ ਕੁਆਲੀਫਿਕੇਸ਼ਨ ਸੀ, ਪਰ ਇੱਕ 'ਤੇ ਕਿਰਪਾ ਹੋ ਗਈ, ਬਾਕੀ 9 'ਤੇ ਨਹੀਂ ਹੋਈ। ਉਹਦੀ ਕਿਰਪਾ ਚਾਹੀਦੀ। ਫਿਰ ਕਹਿੰਦੇ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ। ਹੇ ਹਰੀ, ਨਾਥ ਦਾ ਮਾਲਕ, ਹੇ ਸੰਸਾਰ ਦੇ ਮਾਲਕ, ਜਿੱਥੇ ਜਿੱਥੇ ਤੁਸੀਂ ਕਿਸੇ ਜੀਵ ਨੂੰ ਲਾਉਂਦੇ ਹੋ ਉੱਥੇ ਉੱਥੇ ਇਹ ਲੱਗਦਾ ਹੈ। ਜਿਸ ਪਾਸੇ ਤੁਸੀਂ ਕਿਸੇ ਜੀਵ ਨੂੰ ਲਾਉਨੇ ਉਸੇ ਪਾਸੇ ਇਹ ਲੱਗਦਾ ਹੈ। ਨਾਨਕ ਇਨ ਕੈ ਕਛੂ ਨਾ ਹਾਥ। ਇਹਨਾਂ ਜੀਵਾਂ ਦੇ ਵਿਚਾਰਿਆਂ ਦੇ ਵੱਸ 'ਚ ਹੀ ਕੁਝ ਨਹੀਂ, ਇਹਨਾਂ ਦੇ ਹੱਥ 'ਚ ਹੀ ਕੁਝ ਨਹੀਂ, ਇਹਨਾਂ ਦੇ ਵੱਸ 'ਚ ਹੀ ਕੁਛ ਨਹੀਂ। ਜਿੱਧਰ ਜਿੱਧਰ ਤੂੰ ਲਾਉਂਦਾ ਹੈ ਉੱਧਰ ਉੱਧਰ ਇਹ ਜੀਵ ਲੱਗ ਜਾਂਦੇ ਹਨ। ਇਸ ਦੇ ਵਿੱਚ ਸਾਰੀ ਅਸ਼ਟਪਦੀ ਦੇ ਵਿੱਚ ਜਿਹੜਾ ਪਰਮਾਤਮਾ ਦੀ ਕਿਰਪਾ ਨਾਲ ਕੀ ਹੁੰਦਾ ਸਾਰਾ ਕੁਝ ਦੱਸਿਆ ਹੋਇਆ ਹੈ। ਹੁਣ 6ਵੀਂ ਅਸ਼ਟਪਦੀ ਇੱਥੇ ਪੂਰੀ ਹੋ ਗਈ ਹੈ, 7ਵੀਂ ਅਸ਼ਟਪਦੀ ਸ਼ੁਰੂ ਹੋਣ ਲੱਗੀ ਹੈ। ਹਰ ਅਸ਼ਟਪਦੀ ਦੇ ਆਰੰਭ ਵਿੱਚ ਸ਼ਲੋਕ ਹੁੰਦਾ, ਅਤੇ ਸ਼ਲੋਕ ਦੇ ਵਿੱਚ ਸਾਰੀ ਅਸ਼ਟਪਦੀ ਦਾ ਤੱਤ ਸਾਰ ਹੁੰਦਾ ਹੈ। ਜਿਵੇਂ ਵਿਦਵਾਨ ਕਹਿੰਦੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਸਾਰ ਜਪਜੀ ਹੈ। ਜਪਜੀ ਸਾਹਿਬ ਦਾ ਤੱਤ ਸਾਰ ਮੂਲ ਮੰਤਰ ਹੈ।
ਤੇ ਮੂਲ ਮੰਤਰ ਦਾ ਤੱਤ-ਸਾਰ ਏਕ ਓੰਕਾਰ ਹੈ। ਬਸ ਉਹ ਏਕ ਓੰਕਾਰ ਤੋਂ ਹੀ ਸਭ ਕੁਝ ਹੈ, ਸਾਰਾ ਗਿਆਨ ਉਸ ਏਕ ਓੰਕਾਰ ਤੋਂ ਹੀ ਹੈ। ਇਸ ਲਈ ਕਹਿੰਦੇ ਅਗੰਮ। ਖਿਆਲ ਰੱਖਣੇ, ਬਹੁਤ ਸਾਰੇ ਪਾਠੀ, ਬਹੁਤ ਸਾਰੇ ਕੀਰਤਨੀ ਇਸ ਨੂੰ ਅਗਮ ਕਹਿੰਦੇ ਨੇ। ਇਹ ਹੈ ਸੰਸਕ੍ਰਿਤ ਦਾ ਸ਼ਬਦ। ਆਮ ਕਹਿਣਗੇ ਉੱਥੋਂ ਤੱਕ ਮਨੁੱਖ ਦੀ ਗਮਤਾ ਨਹੀਂ ਹੈ ਜੀ, ਗਮਤਾ ਮੈਨੇ ਪਹੁੰਚ। ਗਮ ਤੋਂ ਹੀ ਅਗੰਮ ਬਣਿਆ ਹੋਇਆ ਹੈ। ਗੱਗੇ ਤੇ ਟਿੱਪੀ ਮੰਮਾ ਗਮ ਸੰਸਕ੍ਰਿਤ ਦਾ ਸ਼ਬਦ ਹੈ, ਜਿਹਦਾ ਮਤਲਬ ਪਹੁੰਚਣਾ। ਅਗੰਮ ਜਿਸ ਤੱਕ ਪਹੁੰਚਿਆ ਨਾ ਜਾ ਸਕੇ, ਜਿਸ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਹੀ ਨਹੀਂ ਹੈਗੀ। ਅਗਾਧ ਹੁੰਦਾ ਅਥਾਹ, ਬੇਅੰਤ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਪਰਮਾਤਮਾ ਅਗੰਮ ਹੈ, ਉਹ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ। ਅਗਾਧ ਹੈ, ਉਹ ਅਥਾਹ ਹੈ, ਉਹਦਾ ਸਾਰਾ ਪਤਾ ਹੀ ਨਹੀਂ ਕੀਤਾ ਜਾ ਸਕਦਾ, ਏਡਾ ਵੱਡਾ ਉਹ। ਪਾਰ ਬ੍ਰਹਮ ਹੈ, ਉਹ ਪਰੇ ਤੋਂ ਪਰੇ ਹੈ। ਪਰਮਾਤਮਾ ਅਗੰਮ ਹੈ, ਅਗਾਧ ਹੈ, ਪਾਰ ਬ੍ਰਹਮ ਸੋਏ। ਉਹ ਪਰਮਾਤਮਾ ਅਗੰਮ ਹੈ, ਅਗਾਧ ਹੈ, ਜੋ ਜੋ ਕਹੈ ਸੋ ਮੁਕਤਾ ਹੋਏ। ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਉਹੀ ਮੁਕਤ ਹੋ ਜਾਂਦਾ। ਇਹੋ ਜਿਹਾ ਪਰਮਾਤਮਾ ਜੋ ਅਗੰਮ ਤੇ ਅਗਾਧ ਹੈ ਨਾ, ਜੋ ਜੋ ਕਹੇ, ਜਿਹੜਾ ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਸੋ ਮੁਕਤਾ ਹੋਏ, ਉਹ ਮੁਕਤ ਹੋ ਜਾਂਦਾ ਹੈ। ਸੁਨ ਮੀਤਾ ਨਾਨਕ ਬਿਨਵੰਤਾ। ਗੁਰੂ ਮਹਾਰਾਜ ਕੇ ਹੁਣ ਨਾਨਕ ਦੇ ਨਾ ਤਿੰਨ ਸਰੂਪ ਗੁਰਬਾਣੀ ਚਾਹੁੰਦੇ ਨੇ। ਇੱਕ ਤਾਂ ਦੇਖੋ ਨਾਨਕ ਲਿਖਿਆ, ਨੰਨੇ ਨੂੰ ਕੰਨਾ ਨੰਨਾ, ਕੱਕੇ ਨੂੰ ਔਂਕੜ ਨਾਨਕ। ਦੂਜਾ ਸਰੂਪ ਹੈ ਨੰਨੇ ਨੂੰ ਕੰਨਾ ਨੰਨਾ ਕੱਕਾ। ਤੀਜਾ ਸਰੂਪ ਆਉਂਦਾ ਨੰਨੇ ਨੂੰ ਕੰਨਾ ਨੰਨਾ, ਕੱਕੇ ਨੂੰ ਸਿਹਾਰੀ। ਉਚਾਰਨ ਤਿੰਨਾਂ ਦਾ ਨਾਨਕ ਹੈ। ਨਾਨਕੂ ਨਾਨਕੀ ਨਹੀਂ, ਉਚਾਰਨ ਤਿੰਨਾਂ ਦਾ ਨਾਨਕ ਹੈ। ਪਰ ਜਿਹੜਾ ਨਾਨਕ ਕੱਕਾ ਮੁਕਤ ਹੈ, ਇਹਦਾ ਅਰਥ ਹੋਰ ਹੈ। ਕੱਕੇ ਨੂੰ ਔਂਕੜ ਨਾਲ ਨਾਨਕ ਦਾ ਅਰਥ ਹੋਰ ਹੈ, ਕੱਕੇ ਨੂੰ ਸਿਹਾਰੀ ਨਾਲ ਨਾਨਕ ਦਾ ਅਰਥ ਹੋਰ ਹੈ। ਇਹ ਜਦੋਂ ਕੱਕੇ ਨੂੰ ਔਂਕੜ ਲੱਗ ਜਾਏ, ਨਾਨਕ ਦਾ ਮਤਲਬ ਹੈ ਬਈ ਗੁਰੂ ਮਹਾਰਾਜ ਮੈਂ ਆਖਦਾ ਹਾਂ। ਨੰਨੇ ਨੂੰ ਕਹਿੰਦਾ ਨੰਨਾ ਕੱਕਾ ਦਾ ਮਤਲਬ ਹੇ ਨਾਨਕ, ਜਿਵੇਂ ਆਪਾਂ ਕਹਿੰਦੇ ਹੇ ਭਾਈ। ਇੱਕ ਹੈ ਨੰਨੇ ਨੂੰ ਕਹਿੰਦਾ ਨੰਨਾ, ਕੱਕੇ ਨੂੰ ਸਿਹਾਰੀ, ਉਹਦਾ ਮਤਲਬ ਨਾਨਕ ਨੇ, ਨਾਨਕ ਨੇ ਐਂ ਕਿਹਾ। ਜਿਹੜਾ ਉਚਾਰਨ ਹੈ ਤਿੰਨਾਂ ਦਾ ਨਾਨਕ ਹੀ ਹੈ। ਜਿਵੇਂ ਗੁਰਬਾਣੀ ਜੀ ਦੱਦਾ ਯਈਆ ਇੱਕ ਸ਼ਬਦ ਹੈ, ਇੱਕ ਦੱਦਾ ਯਈਏ ਨੂੰ ਸਿਹਾਰੀ ਹੈ, ਇੱਕ ਦੱਦਾ ਯਈਏ ਨੂੰ ਔਂਕੜ ਹੈ। ਇਹ ਤਿੰਨੋਂ ਸੰਸਕ੍ਰਿਤ ਦੇ ਸ਼ਬਦ ਨੇ। ਦੱਦਾ ਯਈਆ ਇਹਨੂੰ ਬੋਲੇ ਦਈ, ਦੱਦਾ ਯਈਏ ਨੂੰ ਸਿਹਾਰੀ ਇਹ ਵੀ ਹੈ ਦਈ, ਦੱਦਾ ਯਈਏ ਨੂੰ ਔਂਕੜ ਇਹਦਾ ਉਚਾਰਨ ਹੈ ਦਈ। ਜਿਵੇਂ ਨਾਨਕ ਤਿੰਨ ਸਰੂਪ ਨੇ, ਉਚਾਰਨ ਇੱਕੋ ਹੀ ਨਾਨਕ। ਇਸੇ ਤਰ੍ਹਾਂ ਹੀ ਸੰਸਕ੍ਰਿਤ ਦੇ ਵਿੱਚ ਇਹ ਤਿੰਨ ਸਰੂਪ ਨੇ। ਇੱਕ ਹੈ ਦੱਦਾ ਯਈਆ, ਬੋਲਣਾ ਇਸ ਨੂੰ ਦਈ, ਉਹਦਾ ਅਰਥ ਹੈ ਹੇ ਰੱਬਾ, ਉਹਦਾ ਅਰਥ ਹੈ ਹੇ ਰੱਬਾ। ਦੂਜਾ ਦੱਦਾ ਯਈਏ ਨੂੰ ਔਂਕੜ ਦਈ, ਉਹਦਾ ਮਤਲਬ ਰੱਬ। ਤੀਜਾ ਦੱਦਾ ਯਈਏ ਨੂੰ ਸਿਹਾਰੀ, ਉਹਦਾ ਅਰਥ ਹੈ ਰੱਬ ਨੇ, ਉਚਾਰਨ ਹੈ ਦਈ। ਉਚਾਰਨ ਤਿੰਨਾਂ ਦਾ ਹੀ ਦਈ ਹੈ ਕਿ ਤਿੰਨੋਂ ਹੀ ਸੰਸਕ੍ਰਿਤ ਦੇ ਸ਼ਬਦ ਹਨ, ਹਿੰਦੀ ਪੰਜਾਬੀ ਦੇ ਨਹੀਂ ਹਨ। ਸਪੈਲਿੰਗ ਆਰਡਰ ਨੇ, ਉਚਾਰਨ ਇੱਕੋ ਹੈ। ਹਾਂ, ਅਰਥ ਤਿੰਨਾਂ ਦੇ ਆਰਡਰ ਨੇ। ਜਿਹੜਾ ਦੱਦਾ ਯਈਆ ਦਾ ਮਤਲਬ ਹੈ ਹੇ ਰੱਬਾ, ਦੱਦਾ ਯਈਏ ਨੂੰ ਔਂਕੜ ਦਈ, ਉਹਦਾ ਮਤਲਬ ਰੱਬ। ਦੱਦਾ ਯਈਏ ਨੂੰ ਸਿਹਾਰੀ ਦਈ, ਰੱਬ ਨੇ। ਜਿਵੇਂ ਨਾਨਕ ਦੇ ਤਿੰਨ ਸਰੂਪ ਨੇ, ਇਸ ਤਰ੍ਹਾਂ ਦਈ ਸ਼ਬਦ ਦੇ ਵੀ ਤਿੰਨ ਸਰੂਪ ਹਨ। ਇਹ ਸੰਸਕ੍ਰਿਤ ਦੇ ਨੇ। ਇਸ ਤਰ੍ਹਾਂ ਅਗੰਮ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦਾ ਹੈ, ਅਤੇ ਸੰਸਕ੍ਰਿਤ ਦੇ ਵਿੱਚ ਨੂੰ ਅਗੰਮ ਬੋਲਿਆ ਜਾਂਦਾ, ਗੱਗੇ 'ਤੇ ਟਿੱਪੀ ਲਾ ਕੇ ਬੋਲਿਆ ਜਾਂਦਾ ਹੈ। ਅੱਗੇ ਤੋਂ ਮੇਰੀ ਬੇਨਤੀ ਹੈ ਆਪ ਜੀ ਨੂੰ ਕਿ ਜਦੋਂ ਉਚਾਰਨ ਕਰੋ ਅਗਮ ਨਾ ਪੜੋ,
ਇਹਨੂੰ ਅਗੰਮ ਬੋਲੋ। ਸੋ ਗੁਰੂ ਮਹਾਰਾਜ ਕਹਿੰਦੇ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਹੈ ਮਿੱਤਰਾ ਸੁਣ, ਨਾਨਕ ਬਿਨਵੰਤਾ। ਗੁਰੂ ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ ਹਾਂ, ਮੈਂ ਬੇਨਤੀ ਕਰਦਾ ਹੈ ਮਿੱਤਰ ਤੂੰ ਸੁਣ। ਕੀ ਸੁਣ? ਸਾਧ ਜਨਾ ਕੀ ਅਚਰਜ ਕਥਾ। ਇਹਨੂੰ ਆਚਰਜ ਨਹੀਂ ਪੜ੍ਹਨਾ। ਕਈ ਵਾਰੀ ਮੈਂ ਸੁਣਦਾ ਪਾਠੀਆਂ ਕੀਰਤਨੀ ਤੋਂ ਕਹਿੰਦੇ ਆਚਰਜ, पूरा शब्द है आश्चर्य, जिन्होंने हिंदी के आश्चर्य, ये बहुत आश्चर्य की बात है। आश्चर्य आड़ा ससा चचा रारा जजा, आश्चर्य उस तो छोटा बने अचरज। इसनों अगे तो ख्याल रखना। अचरज हुंदा आश्चर्य, हैरान कर देने वाली। साजना की अचरज कथा, ਸਾਧੂਆਂ ਦੀ ਜੀਵਨ ਕਥਾ ਜੋ ਕਿ ਹੈਰਾਨ ਕਰ ਦੇਣ ਵਾਲੀ ਹੈ। ਕਹਿੰਦੇ ਹੈ ਮਿੱਤਰ ਤੂੰ ਉਹ ਸੁਣ। ਹੁਣ ਸਾਧੂ ਦੇ ਗੁਣ ਦੱਸੇ ਨੇ ਵੀ ਸਾਧੂ ਦੀ ਸੰਗਤ ਜੇ ਕਰੀਏ ਤਾਂ ਕੀ ਗੱਲ ਬਣਦੀ ਹੈ। ਸਾਧੂ ਹੋਵੇ ਸਹੀ ਕੋਈ। ਆਮ ਕਹਾਵਤ ਹੈ, ਤੁਸੀਂ ਕਿਸੇ ਸਾਧੂ ਦੇ ਸਨਮੁਖ ਬੈਠੇ ਹੋ, ਸਾਹਮਣੇ ਆਮਣੋ ਸਾਹਮਣੇ, ਜੇ ਤੁਹਾਡਾ ਸਿਮਰਨ ਚਾਲੂ ਨਹੀਂ ਹੋਇਆ ਤੇ ਜਾਂ ਤੇ ਉਹ ਸਾਧ ਨਹੀਂ ਤੇ ਜਾਂ ਫਿਰ ਤੁਸੀਂ ਪੱਥਰ ਹੋ, ਤੁਹਾਡੇ 'ਤੇ ਅਸਰ ਹੀ ਨਹੀਂ ਹੋ ਰਿਹਾ। ਜਿਵੇਂ ਚੰਦਨ ਦਾ ਦਰਖਤ ਹੈ, ਉਹਦੇ ਸਾਹਮਣੇ ਕਿੱਕਰ ਦਾ ਦਰਖਤ ਉੱਗਿਆ ਹੋਇਆ ਹੈ। ਕਿੱਕਰ ਜਿਹੜਾ ਹੈ ਉਹ ਚੰਦਨ ਦੇ ਪ੍ਰਭਾਵ 'ਚ ਹੈ, ਇਸ ਲਈ ਉਹ ਵੀ ਸੁਗੰਧਿਤ ਹੋ ਜਾਂਦਾ ਹੈ। ਪਰ ਚੰਦਨ ਦੇ ਸਾਹਮਣੇ ਜੇ ਬਾਂਸ ਹੋਵੇ ਨਾ, ਉਸ 'ਤੇ ਅਸਰ ਨਹੀਂ ਹੁੰਦਾ। ਕਹਿੰਦੇ ਸਾਧੂ ਦੇ ਸਾਹਮਣੇ ਕੋਈ ਬੰਦਾ ਬੈਠਾ ਹੋਵੇ, ਜੇ ਉਹਦਾ ਸਿਮਰਨ ਚਾਲੂ ਨਹੀਂ ਨਾ ਉਸ ਬੰਦੇ ਦਾ, ਤਾਂ ਜਾਂ ਤੇ ਉਹ ਸਾਧ ਨਹੀਂ ਤੇ ਜਾਂ ਉਹ ਬੰਦਾ ਫਿਰ ਪੱਥਰ ਹੈ, ਬੰਦਾ ਨਹੀਂ ਹੈ। ਕਿਉਂਕਿ ਸਾਧ ਦੇ ਵਿੱਚ ਵੇਵਜ਼ ਨਿਕਲੀਆਂ ਨੇ ਸਿਮਰਨ ਦੀਆਂ। ਉਹ ਇੰਨੀਆਂ ਸਟਰੋਂਗ ਵੇਵਜ਼ ਹੁੰਦੀਆਂ ਕਿ ਜਿਹੜਾ ਸਾਹਮਣੇ ਬਹਿੰਦਾ ਜਿਹਨੂੰ ਜਾ ਕੇ ਟਕਰਾਉਂਦੀਆਂ ਨੇ, ਉਹਨੂੰ ਰੱਬ ਯਾਦ ਨਾ ਬੈਠੇ ਬੈਠੇ ਨੂੰ, ਉਹਦੇ ਮੂੰਹ ਆਪਣੇ ਆਪ ਨਿਕਲਿਆ ਵਾਹਿਗੁਰੂ 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 ਨਿਕਲ ਜਾਂਦਾ। ਕਿਉਂਕਿ ਉਹਦੀਆਂ ਵੇਵਜ਼ ਕਮਜ਼ੋਰ ਨੇ, ਸਾਧੂਆਂ ਦੀਆਂ ਵੇਵਜ਼ ਬਹੁਤ ਜ਼ਿਆਦਾ ਸਟਰੋਂਗ ਨੇ। ਸਾਧੂ ਦੀਆਂ ਵੇਵਜ਼ ਉਸ ਬੰਦੇ ਦੀ ਵੇਵਜ਼ ਨੂੰ ਕੱਟ ਕੇ ਆਪਣਾ ਅਸਰ ਉਸ 'ਤੇ ਪਾਉਂਦੀਆਂ ਨੇ, ਅਤੇ ਬੰਦੇ ਦੇ ਮੂੰਹ ਨਿਕਲਦਾ ਵਾਹਿਗੁਰੂ 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 ਨਿਕਲਦਾ। ਇਸ ਲਈ ਜਿਹੜੇ ਉਹ ਵੱਡੇ ਭਾਗਾਂ ਵਾਲੇ ਨੇ, ਜਿਹਨਾਂ ਨੂੰ ਕੋਈ ਸਾਧੂ ਮਿਲਦਾ ਹੈ ਅਤੇ ਜਿਹੜੇ ਕੋਲ ਰਹਿ ਕੇ ਸਾਧੂ ਦੀ ਸੰਗਤ ਕਰਦੇ ਨੇ, ਉਹ ਲੋਕ ਵੀ ਵੱਡੇ ਭਾਗਾਂ ਵਾਲੇ ਨੇ। ਪਹਿਲਾਂ ਤਾਂ ਸਾਧੂ ਹੀ ਵੱਡੇ ਭਾਗਾਂ ਨਾਲ ਮਿਲਦਾ। ਬੜੇ ਵੱਡੇ ਭਾਗ ਹੁਣ ਤਾਂ ਕਿਸੇ ਸਾਧ ਦੇ ਨਾਲ ਨੇੜਤਾ ਹੁੰਦੀ ਹੈ। ਨਹੀਂ ਤਾਂ ਕਹਿੰਦਾ ਇੱਕ ਵਾਰੀ ਇੱਕ ਮਹਾਂਪੁਰਖ ਅਹਿਮਦਗੜ੍ਹ ਉਹਨੇ ਦੀਵਾਨ ਲੱਗਿਆ ਹੋਇਆ। ਮੈਂ ਕੋਲੋਂ ਗੱਡੀ ਤੋਂ ਉਤਰਿਆ, ਮੈਂ ਲਾਈਨ ਜਾ ਰਿਹਾ, ਉੱਥੇ ਸਕੂਲ ਦੇ ਗਰਾਊਂਡ 'ਚ ਦੀਵਾਨ ਲੱਗੇ। ਬੜੀ ਪਿਆਰੀ ਆਵਾਜ਼, ਬੜਾ ਸੋਹਣਾ ਉਹ ਕੀਰਤਨ ਕਰ ਰਹੇ ਸਨ। ਇੰਨਾ ਸੋਹਣਾ ਹਾਰਮੋਨੀਅਮ ਵਜਾ ਰਹੇ ਸਨ, ਮੈਂ ਕਦੇ ਇੰਨਾ ਸੋਹਣਾ ਕਦੇ ਸੁਣਿਆ ਹੀ ਨਹੀਂ ਸੀ। ਮੈਂ 2-3 ਮਿੰਟ ਖਲੋਤਾ ਰਿਹਾ। ਮੈਂ ਇੱਕ ਨੂੰ ਪੁੱਛਿਆ ਇਹ ਕਿੰਨੇ ਦਿਨ ਦੀਵਾਨ ਚ? ਕਿਹਾ ਜੀ ਕੱਲ੍ਹ ਨੂੰ ਆਖਰੀ ਦੀਵਾਨ ਹੈ। ਅੱਛਾ, ਮੈਂ ਲਾਈਨ ਤੁਰਿਆ ਗਿਆ। ਅੱਗੇ ਮੇਰੇ ਦੋਸਤ ਦਾ ਘਰ ਸੀ, ਉਹਦੇ ਮੈਂ ਜਾਣਾ ਸੀ, ਮੈਂ ਚਲੇ ਗਿਆ। ਗੱਲਾਂ ਬਾਤਾਂ ਮੈਂ ਕਿਹਾ ਵੀ ਕੋਈ ਸੰਤ ਦਾ ਦੀਵਾਨ ਲੱਗਾ ਸੀ, ਭਈ ਬਹੁਤ ਵਧੀਆ ਆਵਾਜ਼ ਸੀ। ਹਾਂ, ਉਹਨਾਂ ਦੱਸਿਆ ਫਲਾਣੇ ਸੰਤਾਂ ਦਾ ਨਾਮ ਮੈਂ ਸੁਣਿਆ ਸੀ, ਦਰਸ਼ਨ ਮੈਂ ਪਹਿਲੀ ਵਾਰੀ। ਉਹਦਾ ਦੂਜਾ ਭਰਾ ਨਾਸਤਿਕ ਸੀ, ਉਹ ਕਦੇ ਪੂਪਨੇ ਸਾਧ ਨੇ, ਉਹ ਤਾਂ ਕਹਿੰਦਾ ਪੂਪਣਾ ਸਾਧ ਹੈ। ਅੱਜ ਚਿਰ ਵਜਾਉਂਦੇ ਹੁੰਦੇ ਜਿਹੜੇ ਹਨ ਆ ਜੋਗੇ, ਤੁਸੀਂ ਵੇਖਿਆ ਪੀਪਣੀ ਵਜਾਉਂਦੇ। ਇੱਕ ਤਾਂ ਕਹਿ ਰਿਹਾ ਬੜੇ ਵੱਡੇ ਮਹਾਂਪੁਰਖ ਨੇ, ਦੂਜਾ ਕਹਿ ਰਿਹਾ ਪੂਪਨੇ ਸਾਧ ਨੇ। ਤਾਂ ਜੇ ਕਿਰਪਾ ਹੋਏਗੀ ਤਾਂ ਸਾਧੂ ਦੇ ਵਿੱਚ ਸਾਧੂਪੁਣਾ ਦਿਸਦਾ। ਸਾਧੂ ਦੇ ਵਿੱਚ ਵੀ ਸਾਨੂੰ ਸਾਧੂਪੁਣਾ ਉਦੋਂ ਹੀ ਦਿਸਦਾ ਜਦੋਂ ਪਰਮਾਤਮਾ ਸਾਡੇ 'ਤੇ ਕਿਰਪਾ ਕਰਦਾ। ਨਹੀਂ ਤਾਂ ਘਰ 'ਚ ਸਾਧੂ ਹੋਵੇ, ਆਮ ਨਹੀਂ ਕਹਾਵਤ, ਘਰ ਕਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। ਬਾਹਰ ਦਾ ਜੋਗੀ ਸਿੱਧ, ਘਰ ਦਾ ਜੋਗੀ ਹੈ ਤਾਂ ਜੋਗੀ ਉਹ ਵੀ,
ਪਰ ਉਹ ਜੋਗੜਾ ਹੈ ਵੀ ਐਵੇਂ ਹੀ ਜੋਗੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸਾਧੂ ਦੀ ਅਚਰਜ ਕਥਾ ਸੁਣੋ। ਕਹਿੰਦੇ ਸਾਧ ਕੈ ਸੰਗ ਮੁਖ ਉਜਲ ਹੋਤ। ਸਾਧੂ ਦੀ ਸੰਗਤ ਕਰਕੇ ਮੁਖ ਉਜਲਾ ਹੋ ਜਾਂਦਾ। ਛੋਟੇ ਹੁੰਦੇ ਨਾ, ਸਾਡੇ ਪਿੰਡ ਕਿਸੇ ਨੇ ਕੋਈ ਮਾੜਾ ਕਰਮ ਕੀਤਾ, ਉਹਦਾ ਮੂੰਹ ਕਾਲਾ ਕਰਕੇ ਪੁਲਿਸ ਵਾਲੇ ਨੇ ਗਧੇ 'ਤੇ ਬਿਠਾ ਕੇ ਉਹਨੂੰ ਪਿੰਡ 'ਚ ਘੁਮਾਇਆ। ਹੁਣ ਤਾਂ ਜੇ ਕਿਤੇ ਪੁਲਿਸ ਵਾਲੇ ਘੁਮਾ ਦਿੰਦੇ ਇਸ ਤਰ੍ਹਾਂ, ਪੁਲਿਸ ਵਾਲੇ 'ਤੇ ਉਲਟਾ ਮੁਕੱਦਮਾ ਚੱਲ ਜਾਂਦਾ। ਇਸ ਲਈ ਪੁਲਿਸ ਵਾਲੇ ਰਾਹ 'ਚ ਵੀ ਨਹੀਂ ਕੁੱਟਦੇ, ਥਾਣੇ 'ਚ ਜਾ ਕੇ ਧੌਣੀ ਲਾਉਂਦੇ ਨੇ। ਕਿਉਂਕਿ ਲੋਕ ਅੱਜ ਕੱਲ੍ਹ ਮੂਵੀਆਂ ਬਣਾ ਕੇ ਪਾਉਂਦੇ, ਦੇਖੋ ਜੀ ਪੁਲਿਸ ਵਾਲੇ ਕੁੱਟ ਰਹੇ ਸੀ। ਉਦੋਂ ਮੈਂ ਦੇਖਿਆ, ਮੈਂ ਬਾਪੂ ਜੀ ਕਹਿੰਦੇ ਮੂੰਹ ਕਾਲਾ ਕਿਉਂ ਕੀਤਾ? ਮੈਂ ਛੋਟਾ ਸੀ। ਕਹਿੰਦੇ ਕਾਕਾ ਨੇ ਬਹੁਤ ਮਾੜਾ ਕੰਮ ਕੀਤਾ ਸੀ, ਇਹਨੂੰ ਪਿੰਡ 'ਚ ਬੇਸ਼ਰਮ ਕਰ ਰਹੇ ਨੇ ਵੀ ਅੱਗੇ ਤੋਂ ਮਾੜਾ ਕੰਮ ਨਾ ਕਰੇ, ਮੂੰਹ ਕਾਲਾ। ਜਦੋਂ ਅਸੀਂ ਸਾਧੂ ਦੀ ਸੰਗਤ ਕਰਦੇ ਹਾਂ, ਸਾਡੇ ਅੰਦਰ ਸਾਰੀ ਮੈਲ ਲੈ ਜਾਂਦੀ ਹੈ ਅਤੇ ਸਾਡਾ ਮੁੱਖ ਉਜਲਾ ਹੋ ਜਾਂਦਾ। ਸਾਧ ਸੰਗ ਮਲ ਸਗਲੀ ਖੋਤ। ਸਾਧੂ ਦੀ ਸੰਗਤ ਕਰਕੇ ਜਿੰਨੀ ਵੀ ਮਨ ਨੂੰ ਮੈਲ ਲੱਗੀ ਸਾਰੀ ਖਤਮ ਹੋ ਜਾਂਦੀ। ਪੰਜਾਬੀ 'ਚ ਕਹਿੰਦੇ ਸੀ ਘਾਹ ਖੋਤਰਨ, ਰੰਬੇ ਨਾਲ। ਪਾਕਿਸਤਾਨ 'ਚ ਖੁਰਪੇ ਨੂੰ ਰੰਬਾ ਕਹਿੰਦੇ ਸੀ, ਇੱਧਰ ਖੁਰਪਾ ਕਹਿੰਦੇ ਸੀ। ਇੱਧਰ ਕਿ ਫਲਾਣਾ ਬੰਦਾ ਘਾਹ ਖੋਤ ਰਿਹਾ ਹੈ, ਪਾਕਿਸਤਾਨ 'ਚ ਕਹਿੰਦੇ ਸੀ ਇਹ ਘਾਹ ਖੋਤਰ ਰਿਹਾ ਹੈ। ਖੋਤ ਹੁੰਦਾ ਉੱਥੋਂ ਘਾਹ ਨੂੰ ਖਤਮ ਕਰ ਦੇਣਾ, ਪੁੱਟ ਦੇਣਾ, ਵੱਢ ਲੈਣਾ। ਸਾਧ ਸੰਗ ਮੈਲ ਸਗਲੀ ਖੋਤ। ਸਾਧੂ ਦੀ ਸੰਗਤ ਕਰਕੇ ਜਿੰਨੀ ਅੰਦਰਲੀ ਮਨ ਦੀ ਮੈਲ ਹੁੰਦੀ ਨਾ ਸਾਰੀ ਖਤਮ ਹੋ ਜਾਂਦੀ। ਸਾਧ ਕੇ ਸੰਗ ਮਿਟੈ ਅਭਿਮਾਨ। ਸਾਧੂ ਦੀ ਸੰਗਤ ਕਰਕੇ ਅੰਦਰ ਹੰਕਾਰ ਹੀ ਖਤਮ ਹੋ ਜਾਂਦਾ, ਕਿਉਂ ਗਿਆਨ 'ਚ ਹੋਈ ਜਾਂਦਾ ਹੈ। ਤੁਸੀਂ ਸੰਗਤ ਹੀ ਉਸ ਦੀ ਕਰ ਰਹੇ ਹੋ ਜਿਹਦੇ ਅੰਦਰ ਹੰਕਾਰ ਹੀ ਨਹੀਂ ਹੈ, ਅਤੇ ਜਿਹੋ ਜਿਹੀ ਦੀ ਸੰਗਤ ਕਰੋਗੇ ਉਹਦੀ ਰੰਗਤ ਤਾਂ ਹੋਣੀ ਹੀ ਹੋਣੀ ਹੈ। ਜਿਹੋ ਜਿਹੀ ਦੀ ਸੰਗਤ ਕਰਾਂਗੇ। ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਜੋ ਕਿਸੇ ਦੀ ਸੰਗਤ ਹੁੰਦੀ ਉਸ ਤੋਂ ਬੰਦੇ ਦਾ ਪਤਾ ਲੱਗਦਾ ਬੰਦਾ ਕਿਹੋ ਜਿਹਾ ਹੈ। ਸਾਧੂ ਦੀ ਸੰਗਤ ਕਰਕੇ ਹੰਕਾਰ ਖਤਮ ਹੋ ਜਾਂਦਾ ਹੈ। ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸੁਗਿਆਨ ਅਤੀ ਵਧੀਆ ਗਿਆਨ, ਭਾਵ ਰੱਬੀ ਗਿਆਨ। ਸਾਧੂ ਦੀ ਸੰਗਤ ਕਰਕੇ ਅੰਦਰ ਰੱਬੀ ਗਿਆਨ ਪ੍ਰਗਟ ਹੋ ਜਾਂਦਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ। ਸਾਧੂ ਦੀ ਸੰਗਤ ਕਰਕੇ ਪਤਾ ਲੱਗਦਾ ਪਰਮਾਤਮਾ ਦੇ ਨੇੜੇ ਹੀ ਹੈ। ਨੇਰਾ ਮੈਨੇ ਨੇੜੇ। ਹੁਣ ਤੇ ਵਾਲਾ ਕਹਿੰਦਾ, ਪਹਿਲਾਂ ਕੋਈ ਕਹਿੰਦਾ ਪਰਮਾਤਮਾ ਹੈ ਹੀ ਨਹੀਂ, ਬਹੁਤ ਸਾਰੀ ਦੁਨੀਆ ਕਹਿੰਦੀ। ਕੋਈ ਕਹਿੰਦਾ ਭਾਈ ਹੋਵੇਗਾ ਆਪਾਂ ਨੂੰ ਤਾਂ ਪਤਾ ਨਹੀਂ। ਕੋਈ ਕਹਿੰਦਾ ਸੁਣਿਆ ਤਾਂ ਹੈ, ਦਿਸਦਾ ਤਾਂ ਹੈ ਨਹੀਂ। ਪਰ ਜਿਹੜੇ ਲਗਾਤਾਰ ਬਾਣੀ ਪੜ੍ਹਦੇ ਨੇ, ਸਾਧੂ ਦੀ ਗੁਰੂ ਦੀ ਸੰਗਤ ਕਰਦੇ, ਉਹਨਾਂ ਨੂੰ ਪਤਾ ਲੱਗਦਾ ਪਰਮਾਤਮਾ ਦੇ ਅੰਦਰ ਹੀ ਵਸਦਾ, ਉਹ ਦੂਰ ਨਹੀਂ। ਨੇਰੂ ਹੁੰਦੇ ਨੇਰਾ, ਉਹ ਤਾਂ ਨੇੜੇ ਤੋਂ ਨੇੜੇ ਹੈ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ। ਸਾਧ ਸੰਗ ਸਭ ਹੋਤ ਨਵੇਰਾ। ਜਿੰਨੇ ਵੀ ਸਾਡੇ ਕਰਮ ਨੇ ਸਾਰਿਆਂ ਦਾ ਨਵੇੜਾ ਸਾਧੂ ਦੀ ਸੰਗਤ ਕਰਕੇ ਦੇ ਕਰਮ ਹੀ ਮੁੱਕ ਜਾਂਦੇ ਨੇ। ਜੋ ਅੰਦਰ ਸ਼ੰਕਾਵਾਂ ਸਨ ਉਹ ਸਾਧੂ ਦੀ ਸੰਗਤ ਕਰੇ, ਸਾਰੀਆਂ ਸ਼ੰਕਾਵਾਂ ਖਤਮ ਹੋ ਜਾਂਦੀਆਂ ਹਨ। ਸਾਧ ਕੈ ਸੰਗ ਪਾਏ ਨਾਮ ਰਤਨ। ਰਤਨ ਬੜੀ ਕੀਮਤੀ ਹੀਰਾ ਮੋਤੀ ਤਰ੍ਹਾਂ ਹੁੰਦਾ। ਕਹਿੰਦੇ ਸਾਧੂ ਦੀ ਸੰਗਤ ਕਰਕੇ ਨਾ ਨਾਮ ਜੋ ਹੀਰੇ ਦੀ ਨਹੀਂ ਕੀਮਤੀ ਹੈ, ਇਸ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧ ਕੈ ਸੰਗ ਏਕ ਉਪਰ ਯਤਨ। ਜਦੋਂ ਬੰਦਾ ਸਾਧੂ ਦੀ ਸੰਗਤ ਕਰਦਾ, ਸਿਰਫ ਇੱਕ ਪਰਮਾਤਮਾ ਦੀ ਪ੍ਰਾਪਤੀ ਲਈ ਸਾਰਾ ਯਤਨ ਕਰਦਾ। ਹੁਣ ਤਾਂ ਸਾਡੇ ਯਤਨ ਕਈ ਚੀਜ਼ਾਂ ਪ੍ਰਾਪਤ ਕਰਨ ਦੇ ਨਾ, ਫਿਰ ਇੱਕੋ ਦੀ ਪ੍ਰਾਪਤੀ 'ਤੇ ਸਾਰਾ ਯਤਨ ਕਰਦਾ। ਉੱਠਦਾ ਬੈਠਦਾ ਤੁਰਦਾ ਫਿਰਦਾ, ਜੋ ਬਾਣੀ ਪੜ੍ਹਦਾ, ਜੋ ਸਿਮਰਨ ਕਰਦਾ, ਇਹੀ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਪ੍ਰਾਪਤ ਹੋਵੋ। ਕਿਉਂਕਿ ਜੇ ਸਾਡੀ ਮੱਤ ਬਹੁਤ ਉੱਚੀ ਹੋ ਜਾਂਦੀ ਨਾ, ਸਾਨੂੰ ਪਤਾ ਹੁੰਦਾ ਜਿਹੜਾ ਪਰਮਾਤਮਾ ਨਾ ਇਹ ਦਾਤਾ ਹੈ। ਜੇ ਦਾਤਾ ਹੀ ਮਿਲ ਗਿਆ, ਦਾਤਾ ਤਾਂ ਆਪੇ ਹੀ ਮਿਲ ਜਾਣਗੇ। ਅਜੇ ਸਾਡੀ ਮੱਤ ਨੀਵੀਂ ਹੈ, ਅਸੀਂ ਸਾਰੀ ਉਮਰ ਦਾਤਾ ਹੀ ਮੰਗਦੇ ਰਹੇ ਨੇ, ਦਾਤੇ ਨੂੰ ਤਾਂ ਮੰਗਦੇ ਹੀ ਨਹੀਂ। ਜਦੋਂ ਮੱਤ ਉੱਚੀ ਹੋ ਜਾਏਗੀ, ਦਾਤਾ ਨਹੀਂ ਮੰਗਾਂਗੇ, ਦਾਤਾ ਮੰਗਾਂਗੇ, ਅਤੇ ਜਦੋਂ ਦਾਤਾ ਮਿਲ ਗਿਆ, ਦਾਤਾ ਆਪਣੇ ਆਪ ਹੀ ਮਿਲ ਜਾਂਦੀਆਂ ਹਨ। ਇਸ ਲਈ ਕਹਿੰਦੇ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ। ਸਾਧੂ ਦੀ ਮਹਿਮਾ ਨੂੰ ਤਾਂ ਕੋਈ ਵਰਣਨ ਹੀ ਨਹੀਂ ਕਰ ਸਕਦਾ। ਉਹਨਾਂ ਦੀ ਕਿੰਨੀ ਮਹਿਮਾ ਹੈ, ਕੋਈ ਪੂਰੀ ਤੌਰ 'ਤੇ ਵਰਣਨ ਨਹੀਂ ਕਰ ਸਕਦਾ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਣੀ।
ਸਾਧੂ ਦੀ ਸੋਭਾ ਤੇ ਪਰਮਾਤਮਾ ਦੇ ਵਿੱਚ ਸਮਾਈ ਹੋਈ ਹੈ, ਕਿਉਂਕਿ ਸਾਧੂ ਤੇ ਪਰਮਾਤਮਾ ਦੇ ਇੱਕੋ ਜਿਹੇ ਵਿਚਾਰ ਹੁੰਦੇ ਨੇ। ਮੇਲ ਉਹਨਾਂ ਚਿਰ ਪਰਮਾਤਮਾ ਨਾਲ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਸਾਡੇ ਵਿਚਾਰ ਪਰਮਾਤਮਾ ਨਾਲ ਮੇਲ ਨਹੀਂ ਖਾਂਦੇ, ਅਤੇ ਜਦੋਂ ਸਾਡੇ ਵਿਚਾਰ ਕਰਮ ਪਰਮਾਤਮਾ ਨਾਲ ਮੇਲ ਖਾਗੇ ਉਹਦੇ ਅਸੀਂ ਸਾਧ ਹੋ ਜਾਣਾ ਹੈ। ਅਤੇ ਫਿਰ ਜਿਹੜੀ ਸਾਡੀ ਸੋਭਾ ਸਾਧੂ ਸੋਭਾ ਜਿਹੜੀ ਹੈ ਉਹ ਪਰਮਾਤਮਾ ਦੇ ਵਿੱਚ ਲੀਨ ਹੁੰਦੀ ਹੈ। ਸਤਿਕਾਰਯੋਗ ਸਾਧ ਸੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।